परम सत्कारयोग गुरु प्यारी साध संगत जीओ, प्यार सहित गुरुदेव पिता जी ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਨਾਲ ਸਾਂਝ ਪਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਿਆਨ ਪੂਜਾ ਪੁਸਤਕ ਵਿੱਚੋਂ ਲੇਖੇ ਕਬਹੁ ਨ ਪਾਏ ਦੀ ਜੋ ਵਿਚਾਰ ਚਰਚਾ ਕੀਤੀ ਗਈ ਹੈ, ਆਪ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਦੇ ਨਾਲ ਸਾਂਝਾ ਕੀਤਾ, ਸਾਂਝ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਪੁਸਤਕ ਇਸ ਲਈ ਰਿਕਾਰਡ ਕਰਵਾਈ ਜਾ ਰਹੀ ਹੈ ਕਿ ਦੂਰ ਦਰਾੜ ਬੈਠੇ ਹੋਏ, ਡਰਾਈਵ ਕਰ ਰਹੇ ਭੈਣ ਭਰਾ, ਰਸੋਈ ਵਿੱਚ ਕੰਮ ਕਰ ਰਹੀ ਭੈਣ ਮਾਤਾ ਫਿਰ ਵੀ ਇਹਨਾਂ ਵਿਚਾਰਾਂ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਗੁਰਮਤ ਨੂੰ ਲਿਆ ਸਕਦੇ ਹਨ। ਕਈ ਦਫਾ ਮਨੁੱਖ ਕੋਲੇ ਪੁਸਤਕ ਪੜ੍ਹਨ ਦਾ ਟਾਈਮ ਨਹੀਂ ਹੁੰਦਾ, ਇਸ ਲਈ ਸਰਦਾਰ ਗੁਰਚਰਨ ਸਿੰਘ ਨੇ ਉਦਮ ਦਿੱਤਾ, ਸਹਿਯੋਗ ਦਿੱਤਾ। ਡਾਕਟਰ ਜਤਿੰਦਰ ਸਿੰਘ ਜੀ, ਵੀਰ ਲਵਲੀਨ ਸਿੰਘ ਜੀ, ਵੀਰ ਸ਼ੀਪਾਲ ਸਿੰਘ ਜੀ, ਵੀਰ ਧਨਵੀਰ ਸਿੰਘ ਜੀ, ਵੀਰ ਦਲਜੀਤ ਸਿੰਘ ਜੀ ਤਥਾ ਇਹਨਾਂ ਦੀ ਸਾਰੀ ਟੀਮ ਨੇ। ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਜਿੱਥੇ ਬਹੁਤ ਪਿਆਰ ਵਾਲੇ ਮਿੱਤਰ ਸਨੇਹੀ ਬੈਠੇ ਹੋਏ ਹਨ, ਉੱਥੇ ਇਹ ਸਾਰੇ ਪ੍ਰੋਗਰਾਮ ਨੂੰ ਚਲਾਉਣ ਵਾਸਤੇ ਸਰਦਾਰ ਸਰਬਜੀਤ ਸਿੰਘ ਜੀ, ਸਰਦਾਰ ਗੁਰਚਰਨ ਸਿੰਘ ਜੀ ਔਰ ਬੜਾ ਵੱਡਾ ਇਹਨਾਂ ਦਾ ਉਪਰਾਲਾ ਹੈ ਕਿ ਘਰ ਘਰ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਪਹੁੰਚਾਉਣ ਦਾ ਯਤਨ ਕੀਤਾ ਜਾਵੇ। ਉਸੇ ਹੀ ਲੜੀ ਤਹਿਤ ਇਸ ਕਿਤਾਬ ਨੂੰ ਰਿਕਾਰਡ ਕਰਵਾ ਕੇ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਕੀਤਾ ਜਾ ਰਿਹਾ ਹੈ। ਅੱਜ ਦੀ ਜੋ ਵਿਚਾਰ ਚਰਚਾ ਹੈ, ਲੇਖੇ ਕਬਹੁ ਨ ਪਾਏ। ਸਾਡੇ ਪਰਿਵਾਰ, ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ, ਸਾਡਾ ਜੀਵਨ, ਅਸੀਂ ਲੇਖਿਆਂ ਵਿੱਚ ਪਏ ਹੋਏ ਹਾਂ। ਚਾਹੀਦਾ ਤਾਂ ਸਾਨੂੰ ਇਹ ਸੀ ਕਿ ਸਾਹਿਬਾਨ ਦੀ ਜੋ ਪਵਿੱਤਰ ਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਉਸ ਉਪਦੇਸ਼ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਅੰਗ ਬਣਾਉਂਦੇ। ਕਿਸੇ ਵਿਦਵਾਨ ਨੇ ਠੀਕ ਹੀ ਲਿਖਿਆ ਹੈ ਕਿ ਜਿੱਥੇ ਸੱਚ ਪ੍ਰਗਟ ਹੁੰਦਾ ਹੈ, ਉੱਥੇ ਪੁਜਾਰੀ ਵੀ ਨਾਲ ਹੀ ਜਨਮ ਲੈ ਲੈਂਦਾ ਹੈ। ਸੱਚ ਨੇ ਭੋਲੀ ਭਾਲੀ ਮਨੁੱਖਤਾ ਨੂੰ ਪੁਜਾਰੀ ਦੀ ਜਕੜ ਵਿੱਚੋਂ ਆਜ਼ਾਦ ਕਰਾਉਣਾ ਹੈ। ਪੁਜਾਰੀ ਜਮਾਤ ਅਜਿਹਾ ਵੀ ਕਦੇ ਨਹੀਂ ਹੋਣ ਦਿੰਦੀ। ਉਸ ਨੇ ਬੜੇ ਸੋਹਣੇ ਢੰਗ ਦੇ ਨਾਲ ਲਿਖਿਆ ਹੈ ਕਿ ਪੁਜਾਰੀ ਜਮਾਤ ਹਮੇਸ਼ਾ ਇਹ ਪਕੜ ਵਿੱਚ ਰਹਿੰਦੀ ਹੈ ਕਿ ਸੱਚ ਮੇਰੇ ਕੰਟਰੋਲ ਵਿੱਚ ਹੋਵੇ ਤੇ ਸੱਚ ਦੀ ਵਰਤੋਂ ਮੈਂ ਆਪਣੇ ਅਨੁਸਾਰ ਕਰਾਂ। ਸੱਚ ਦਾ ਜਨਮ ਹੋਣ ਤੇ ਇੱਕ ਵਾਰ ਪੁਜਾਰੀ ਨੂੰ ਧੱਕਾ ਜ਼ਰੂਰ ਲੱਗਦਾ ਹੈ, ਪਰ ਉਹ ਛੇਤੀ ਹੀ ਸੰਭਲ ਜਾਂਦਾ ਹੈ। ਸ਼ਾਤਰ ਦਿਮਾਗ ਰੱਖਦਾ ਹੋਇਆ ਪੁਜਾਰੀ ਸੱਚ ਨੂੰ ਆਪਣੇ ਢੰਗ ਨਾਲ ਪੇਸ਼ ਕਰਕੇ ਨਵੇਂ ਸਿਰੇ ਤੋਂ ਲਕਾਈ ਨੂੰ ਪੂਜਾ ਵਿੱਚ ਉਲਝਾ ਲੈਂਦਾ ਹੈ। ਇਸ ਦਾ ਤਰੀਕਾ ਬਹੁਤ ਹੀ ਅਜੀਬ ਕਿਸਮ ਦਾ ਹੈ। ਪਹਿਲਾਂ ਤਾਂ ਇਹ ਸੱਚ ਦੇ ਆਲੇ ਦੁਆਲੇ ਬੈਠਦਾ ਹੈ, ਫਿਰ ਹੌਲੀ-ਹੌਲੀ ਸੱਚ ਦੇ ਉੱਪਰ ਹੀ ਬੈਠ ਜਾਂਦਾ ਹੈ। ਇੱਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਸੱਚ ਅਲੋਪ ਹੀ ਹੋ ਜਾਂਦਾ ਹੈ ਤੇ ਪੁਜਾਰੀ ਦੀ ਪੂਜਾ ਹੀ ਅਸਲੀ ਧਰਮ ਦਿਸਦਾ ਹੈ। ਦੁਨੀਆ ਸੱਚ ਨੂੰ ਭੁੱਲ ਕੇ ਪੁਜਾਰੀ ਦੇ ਆਲੇ ਦੁਆਲੇ ਬੁਣੇ ਹੋਏ ਤਾਣੇ ਵਿੱਚ ਉਲਝ ਕੇ ਰਹਿ ਜਾਂਦੀ ਹੈ। ਲੱਕੜੀ ਨੂੰ ਇੱਕ ਵਾਰ ਘੁਣ ਲੱਗ ਜਾਏ ਤੇ ਸਮੇਂ ਅਨੁਸਾਰ ਉਸ ਦਾ ਇਲਾਜ ਨਾ ਕੀਤਾ ਜਾਏ ਤਾਂ ਲੱਕੜੀ ਬਿਲਕੁਲ ਅੰਦਰੋਂ ਖਾਧੀ ਜਾਏਗੀ। ਸਿੱਖੀ ਨੂੰ ਵੀ ਸੁੱਚ ਦੇ ਨਾਂ ਹੇਠ ਅਜਿਹਾ ਘੁਣ ਲੱਗ ਗਿਆ ਹੈ ਜੋ ਸ਼ੈਤਾਨ ਦੀ ਆਂਦਰ ਵਾਂਗ ਦਿਨ ਬਦਿਨ ਵੱਧਦਾ ਹੀ ਜਾਂਦਾ ਹੈ, ਹਟਣ ਦਾ ਨਾਂ ਹੀ ਨਹੀਂ ਲੈਂਦਾ। ਇਸ ਭਿਆਨਕ ਬਿਮਾਰੀ ਦਾ ਇਲਾਜ ਸਿਰਫ ਗੁਰਬਾਣੀ ਗਿਆਨ ਦੀ ਦਵਾਈ ਹੀ ਹੋ ਸਕਦੀ ਹੈ। ਸ਼ਾਤਰ ਪੁਜਾਰੀ ਨੇ ਸੁੱਚ ਦੇ ਨਾਂ ਹੇਠ ਆਮ ਲੁਕਾਈ ਨੂੰ ਗੁਰਬਾਣੀ ਨਾਲੋਂ ਦੂਰ ਕੀਤਾ ਹੈ। ਬ੍ਰਾਹਮਣ ਦੀ ਸਦੀਵ ਅਕਾਲ ਸੋਚ ਤੇ ਪਹਿਰਾ ਦਿੰਦਿਆਂ ਸਾਡੇ ਆਪਣਿਆਂ ਨੇ ਹੀ ਸਾਨੂੰ ਗੁਰਬਾਣੀ ਤੋਂ ਕੋਹਾਂ ਦੂਰ ਲਿਜਾਣ ਵਿੱਚ ਕੋਈ ਕਸਰ ਨਹੀਂ ਛੱਡੀ। ਐਸਾ ਡਰ ਪੈਦਾ ਕਰ ਦਿੱਤਾ ਕਿ ਜੇਕਰ ਤੁਸੀਂ ਗੁਰਬਾਣੀ ਪੜ੍ਹੀ ਤਾਂ ਤੁਹਾਨੂੰ ਭਾਰੀ ਪਾਪ ਲੱਗੇਗਾ। ਕਿਸੇ ਨੇ ਕਹਿ ਦਿੱਤਾ ਕੇਸੀ ਇਸ਼ਨਾਨ ਕਰਨ ਤੋਂ ਬਿਨਾਂ ਕੋਈ ਪਾਠ ਹੀ ਨਹੀਂ ਕਰ ਸਕਦਾ। ਕਿਸੇ ਨੇ ਸਿੱਖੀ ਨਾਲ ਪੂਰਾ ਮਖੌਲ ਕਰਦਿਆਂ ਗੁਰਦੁਆਰੇ ਦੇ ਅੰਦਰ ਹੀ ਸੱਚਖੰਡ ਵੱਖਰਾ ਬਣਾ ਦਿੱਤਾ
ਤੇ ਗਿਣਤੀ ਦੇ ਪਾਠ ਕਰਨ ਤੋਂ ਬਿਨਾਂ ਅੰਦਰ ਜਾਣ ਤੇ ਸਧਾਰਨ ਕਿਰਤੀ ਨੂੰ ਸਖਤਾਈ ਨਾਲ ਰੋਕਾਂ ਲਾ ਦਿੱਤੀਆਂ। ਅਜੀਬੋ-ਗਰੀਬ ਕਹਾਣੀ ਸਾਡੀ ਬਣ ਗਈ। ਮੈਂ ਕਹਿਣ ਵਿੱਚ ਸੰਕੋਚ ਨਹੀਂ ਕਰਾਂਗਾ, ਅੰਮ੍ਰਿਤਸਰ ਸਿਫਤੀ ਦਾ ਘਰ, ਹਾਲਾਂਕਿ ਉਹ ਸ਼ਬਦ ਦੇ ਅਰਥ ਅੰਮ੍ਰਿਤਸਰ ਸ਼ਹਿਰ ਨਾਲ ਵੀ ਨਹੀਂ ਬਣਦੇ। ਨਾਨਕਸਰ ਭਗਤੀ ਦਾ ਘਰ ਉਹਦੀ ਨਕਲ ਹੈ, ਔਰ ਕਦੀ ਵੀ ਕਿਸੇ ਪੰਥਕ ਆਗੂ ਨੇ ਇਹਦੇ ਵਿਰੋਧ ਵਿੱਚ ਆਵਾਜ਼ ਨਹੀਂ ਉਠਾਈ, ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਨੇ। ਮੈਂ ਸੁਣਿਆ ਗਿਆ ਹੈ ਨਹੀਂ, ਕਹਿੰਦੇ ਨੇ ਨਾਨਕਸਰ ਜਿਹੜਾ ਸੱਚਖੰਡ ਬਣਿਆ ਹੈ, ਉੱਥੇ ਵਾਅਦਾ ਕਰਨਾ ਪੈਂਦਾ ਵੀ ਇੰਨੇ ਪਾਠ ਕਰੋਗੇ ਤੇ ਫਿਰ ਅੰਦਰ ਜਾ ਸਕਦੇ ਹੋ। ਲੈ ਕਮਾਲ ਦੀ ਬਾਤ ਹੈ ਬਈ। ਜਦ ਕਿ ਗੁਰਬਾਣੀ ਸਾਨੂੰ ਇਹ ਗੱਲ ਆਖਦੀ ਹੈ ਕਿ ਹੇ ਭਲੇ, ਸਵਾਸ ਗੁਰਬਾਣੀ ਨੂੰ ਆਪਣੇ ਧਿਆਨ ਦੇ ਵਿੱਚ ਰੱਖ। ਕੈਸੇ ਮਖੌਲ ਨੇ, ਲੋਕ ਸੁਣੀ ਜਾ ਰਹੇ ਨੇ, ਲੋਕ ਕਰੀ ਜਾ ਰਹੇ ਨੇ, ਪਰ ਸਾਡੇ ਧਾਰਮਿਕ ਆਗੂ ਆਪ ਵੀ ਉੱਥੇ ਜਾ ਕੇ ਸਿਰੋਪਾਓ ਲਿਆ ਰਹੇ ਨੇ ਤੇ ਸਾਨੂੰ ਸੋਚਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਕਿ ਅੱਜ ਗੁਰਦੁਆਰਿਆਂ ਵਿੱਚ ਵੱਖਰੇ ਸੱਚਖੰਡ ਦੀ ਲੋੜ ਹੈ। ਅੱਜ ਤੋਂ 20 ਸਾਲ ਮੈਂ ਜਦੋਂ ਆਪਣੇ ਪਿੰਡਾਂ ਵੱਲ ਨਿਗਾਹ ਮਾਰਦਾ ਹਾਂ, ਅਜੇ ਵੀ ਸਾਡੇ ਪਿੰਡਾਂ ਦੇ ਵਿੱਚ ਸੱਚਖੰਡ ਦੀ ਕੋਈ ਅਵਸਥਾ ਨਹੀਂ ਹੈ। ਗੁਰੂ ਸਾਹਿਬ ਦਾ ਬੜੇ ਸਤਿਕਾਰ ਨਾਲ, ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਪ੍ਰਕਾਸ਼ ਕੀਤਾ ਜਾਂਦਾ ਸੀ, ਸੰਤੋਖਿਆ ਜਾਂਦਾ ਸੀ। ਪਰ ਅੱਜ ਗੁਰਦੁਆਰੇ 'ਚ ਪਾਠ ਲੱਗਿਆ ਹੋਇਆ ਹੈ ਤੇ ਪਿੰਡਾਂ ਦੇ ਨੌਜਵਾਨ ਬਾਹਰਲੀਆਂ ਖੂੰਜੀਆਂ ਪੁਲੀਆਂ ਦੇ ਉੱਤੇ, ਬਾਹਰਲੇ ਖੂੰਜੀਆਂ ਉੱਤੇ ਬੈਠੇ ਹੋਏ ਨੇ। ਇਹਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਗੁਰਬਾਣੀ ਨੂੰ ਸਹੀ ਢੰਗ ਦੇ ਨਾਲ ਸਮਝਿਆ ਨਹੀਂ, ਗਿਣਤੀ ਦੇ ਪਾਠ ਕਰਨ ਤੱਕ ਸੀਮਿਤ ਹੋ ਗਏ। ਇੱਕ ਹੋਰ ਅਜੀਬ ਵਾਕਿਆ ਵੇਖਣ ਨੂੰ ਮਿਲਦਾ ਹੈ। ਜਿਸ ਨੇ ਵੀ ਅੰਮ੍ਰਿਤ ਛਕ ਲਿਆ ਉਸ ਦਾ ਰੋਟੀ ਪਾਣੀ ਵੱਖਰਾ ਹੋ ਗਿਆ, ਜਿਸ ਤਰ੍ਹਾਂ ਮੈਂ ਪਿਛਲੇ ਕਥਾ ਦੇ ਵਿੱਚ ਵਿਚਾਰ ਕਰ ਆਇਆ ਹਾਂ। ਉਸ ਨੂੰ ਅਜਿਹੀ ਸਿੱਖਿਆ ਦਿੱਤੀ ਗਈ, ਉਸ ਨੇ ਆਪ ਹੀ ਕਹਿ ਦਿੱਤਾ ਮੇਰਾ ਚੁੱਲ੍ਹਾ ਚੌਂਕਾ ਵੱਖਰਾ ਕਰ ਦਿੱਤਾ ਜਾਏ। ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਡੇਰੇ ਵਾਲਿਆਂ ਨੇ ਇਸ ਦੇ ਘਰ ਜਾਣਾ ਹੋਵੇ, ਉਸ ਘਰ ਵਿੱਚ ਡੇਰੇ ਵਾਲਿਆਂ ਦੇ ਆਪਣੇ ਲਾਂਗਰੀ ਜਾਂਦੇ ਹਨ। ਮੈਨੂੰ ਪਤਾ ਹੈ ਸਾਡੇ ਪਿੰਡ ਅੰਦਰ ਇੱਕ ਸਿੰਘ ਦਾ ਭੋਗ ਪਾਇਆ ਗਿਆ, ਉਚੇਚੇ ਤੌਰ ਤੇ ਡੇਰੇ ਦੇ ਲੋਕ ਆਏ, ਉਹਨਾਂ ਨੇ ਲੰਗਰ ਤਿਆਰ ਕੀਤਾ, ਕਿਸੇ ਮਾਈ ਨੂੰ, ਕਿਸੇ ਵੀਰ ਨੂੰ ਨੇੜੇ ਫਟਕਣ ਨਹੀਂ ਦਿੱਤਾ। ਦੇਸੀ ਘਿਓ ਦੇ ਪਾ ਕੇ ਡੱਬੇ ਖਾਈ ਗਏ, ਵਧਿਆ ਹੋਇਆ ਲੋਕਾਂ ਨੂੰ ਕਹਿੰਦੇ ਤੁਸੀਂ ਛਕ ਲਓ। ਕੈਸੀ ਕਹਾਣੀ ਆ ਗਈ ਵੀ ਸਿੱਖੀ ਦੇ ਵਿੱਚ ਲੇਖੇ ਕਬਹੂ ਨਾ ਪਾਏ। ਅਸੀਂ ਲੇਖਿਆਂ ਦੇ ਵਿੱਚ ਪਾ ਗਏ ਹਾਂ, ਸੁੱਚ ਭੇਟ ਵਿੱਚ ਪੈ ਗਏ ਹਾਂ। ਅਸੀਂ ਆਪਣੇ ਆਪ ਹੀ ਪੁਜਾਰੀ ਵਰਗ ਪੈਦਾ ਕਰ ਲਿਆ। ਅਸੀਂ ਆਪਣੇ ਆਪ ਹੀ ਇਹਨਾਂ ਨੂੰ ਬ੍ਰਾਹਮਣਾਂ ਵਾਂਗੂ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਡੇਰਿਆਂ ਵਾਲਿਆਂ ਨੂੰ, ਜਿਸ ਵਾਸਤੇ ਕੌਮ ਖੇ ਖੁਬੜੀ ਜਿਹੜੀ ਉਹ ਹੋ ਰਹੀ ਹੈ। ਤਰ੍ਹਾਂ ਤਰ੍ਹਾਂ ਦੀਆਂ ਮਰਯਾਦਾਵਾਂ ਅੱਜ ਸਾਨੂੰ ਦੇਖਣ ਨੂੰ ਮਿਲਦੀਆਂ ਨੇ, ਜਿਵੇਂ ਕਿਸੇ ਕਮੀਜ਼ ਨੂੰ ਰੰਗ ਬਰੰਗੀਆਂ ਟਾਕੀਆਂ ਲਾਈਆਂ ਹੋਣ। ਸੁੱਚ ਦਾ ਪੂਰਾ ਇਤਿਆਦ ਰੱਖਿਆ ਜਾਂਦਾ ਹੈ। ਸਾਡਾ ਅਜਿਹਾ ਕਰਮ ਦੇਖ ਕੇ ਤਾਂ ਇੱਕ ਵਾਰ ਬ੍ਰਾਹਮਣ ਵੀ ਜ਼ਰੂਰ ਕੁਰਲਾ ਉੱਠਿਆ ਹੋਵੇਗਾ, ਸ਼ਰਮਸ਼ਾਰ ਹੋਇਆ ਹੋਵੇਗਾ। ਵਾਹ, ਆ ਸਿੱਖ ਸੋਚ ਦੇ ਵਿੱਚ ਉਲਝ ਗਏ, ਆਪਸ ਵਿੱਚ ਵੀ ਉਲਝੇ ਰਹੇ ਹਨ। ਇੱਕ ਗੁਰਦੁਆਰੇ ਵਿੱਚ ਕੁਝ ਬਾਹਰਲੇ ਸਕੂਲਾਂ ਦੇ ਵਿਦਿਆਰਥੀ ਸਾਡਾ ਗੌਰਵਮਈ ਵਿਰਸਾ ਦੇਖਣ ਲਈ ਆਏ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕ ਕੇ ਨਾਲ ਬਣੇ ਸੱਚਖੰਡ ਵਿੱਚ ਜਾਣ ਲੱਗੇ ਤਾਂ ਇੱਕ ਬੀਬੀ ਨੇ ਛੱਤ ਨੂੰ ਸਿਰ ਦੇ ਉੱਤੇ ਚੁੱਕ ਲਿਆ, ਅੱਡੀ ਚੋਟੀ ਦਾ ਜ਼ੋਰ ਲਾ ਕੇ ਕੂਕ ਕੇ ਆਖਣ ਲੱਗੀ ਅੰਦਰ ਕੋਈ ਨਹੀਂ ਜਾ ਸਕਦਾ। ਇਹ ਅੱਖੀਂ ਦੇਖੀ ਕਹਾਣੀ ਹੈ। ਕਿਉਂ? ਗੁਰੂ ਜੀ ਆਰਾਮ ਕਰ ਰਹੇ ਨੇ। ਦੂਸਰਾ, ਇਹਨਾਂ ਬੱਚਿਆਂ ਨੂੰ ਮਰਜ਼ਾਦਾ ਬਾਰੇ ਕੋਈ ਗਿਆਨ ਨਹੀਂ। ਹੋ ਸਕਦਾ ਕਈਆਂ ਨੇ ਇਹਨਾਂ ਵਿੱਚੋਂ ਕੇਸੀ ਇਸ਼ਨਾਨ ਨਾ ਕੀਤਾ ਹੋਵੇ। ਬਾਹਰਲੇ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਬੱਚੇ ਸਾਡੇ ਬਾਰੇ ਕੀ ਸੋਚਦੇ ਹੋਣਗੇ? ਹਾਲਾਂਕਿ ਸਾਡੇ ਨਾਲ ਸਫਾਈ ਵੱਧ ਹੈ, ਨਹੁੰ ਉਹਨਾਂ ਦੇ ਕੱਟੇ ਹੋਏ ਨੇ, ਕੱਪੜੇ ਸਾਫ਼ ਸੁਥਰੇ ਹੈ। ਬਾਹਰ ਦੇ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਉਹ ਜਿਹੜੇ ਬੱਚੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਆਏ ਹੋਣਗੇ, ਉਹਨਾਂ ਦੇ ਮਨ ਦੇ ਉੱਤੇ ਕੀ ਬੀਤੀ ਹੋਏਗੀ, ਇਹ ਤੇ ਫਿਰ ਉਹੀ ਦੱਸ ਸਕਦੇ ਆ ਜਾਂ ਉਹਨਾਂ ਦੇ ਅਧਿਆਪਕ ਦੱਸ ਸਕਦੇ ਨੇ। ਅਸੀਂ ਤਾਂ ਧਰਮ ਦੇ ਆਗੂ ਆਪੇ ਬਣੇ ਚੌਧਰੂ, ਇਹਨੂੰ ਘੜਮ ਚੌਧਰੀ ਕਹਿੰਦੇ ਨੇ। ਗੁਰਦੁਆਰਿਆਂ ਵਿੱਚ ਘੜਮ ਚੌਧਰੀ ਬਹੁਤ ਮਿਲ ਜਾਂਦੇ ਨੇ, ਜਿਹੜਾ ਇੱਲ ਦਾ ਨਾਂ ਕੋਕੋ ਨਹੀਂ ਜਾਣਦੇ, ਔਰ ਉਹ ਸਾਨੂੰ ਮਰਜ਼ਾਦਾ ਦੱਸਣਗੇ। ਬਹੁਤ ਥਾਵਾਂ ਦੇ ਉੱਤੇ ਸਾਡਾ ਇਹਨਾਂ ਲੋਕਾਂ ਨਾਲ ਵਾਸਤਾ ਪੈਂਦਾ, ਔਰ ਇਹਨਾਂ ਲੋਕਾਂ ਨੇ ਹੀ ਮਰਜ਼ਾਦਾਵਾਂ ਜਿਹੜੀਆਂ ਨੇ ਉਹ ਖਰਾਬ ਕੀਤੀਆਂ ਹੋਈਆਂ ਨੇ। ਇਸ ਵਾਸਤੇ ਬਾਹਰਲੇ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਜੋ ਲੋਕ ਸਾਡੇ ਗੁਰਦੁਆਰਿਆਂ ਵਿੱਚ ਆ ਜਾਂਦੇ ਨੇ ਤੇ ਜਦੋਂ ਸਾਡੀ ਹਾਲਤ ਦਾ ਉਹਨਾਂ ਨੂੰ ਪਤਾ ਲੱਗਦਾ ਹੈ
ਤੇ ਸੋਚਦੇ ਨੇ ਇਹ ਕੈਸਾ ਧਰਮ ਹੈ। ਮੈਨੂੰ ਇੱਕ ਵਾਕਿਆ ਯਾਦ ਹੈ। ਇੱਕ ਨੌਜਵਾਨ ਬੱਚਾ, ਉਸ ਨੂੰ ਤਾਬਿਆ ਬਿਠਾਇਆ, ਬੜਾ ਖੁਸ਼ ਹੋਇਆ। ਤਾਬਿਆ ਬੈਠ ਕੇ ਕਹਿੰਦਾ ਮੈਨੂੰ ਇੱਕ ਆਨੰਦ ਮਿਲਿਆ, ਉਹਨੇ ਸਿੱਖੀ ਧਾਰਨ ਕਰ ਲਈ। ਸੀ ਬਾਹਰਲੀ ਕੌਮ ਦਾ, ਸਿੱਖੀ ਧਾਰਨ ਕਰ ਲਈ, ਸਿੱਖ ਬਣ ਗਿਆ, ਬੜਾ ਵਿਚਾਰਵਾਨ ਸਿੱਖ ਬਣਿਆ। ਮੈਨੂੰ 5 ਸਾਲਾਂ ਬਾਅਦ ਮਿਲਿਆ, ਕਹਿੰਦਾ ਵੀਰ ਜੀ ਗੱਲ ਇਹ ਹੈ ਕਿ ਮੇਰੇ ਮਨ ਵਿੱਚ ਬੜਾ ਸਕੂਨ ਸੀ, ਬੜੀ ਸ਼ਰਧਾ ਸੀ, ਮੈਂ ਤਾਬਿਆ ਬੈਠਾ, ਮੈਂ ਸਿੱਖੀ ਧਾਰਨ ਕਰ ਲਈ, ਪਰ ਜੇ ਮੈਂ ਪ੍ਰਬੰਧਕਾਂ ਦੀਆਂ ਲੜਾਈਆਂ ਜਾਂ ਸੁੱਚ ਭੇਟ ਨੂੰ ਦੇਖਦਾ ਤੇ ਮੈਂ ਕਦੇ ਵੀ ਇਸ ਧਰਮ ਵੱਲ ਆਉਣਾ ਨਹੀਂ ਸੀ। ਜਾਨੀ ਕਿ ਅੱਜ ਸਾਡੀਆਂ ਲੜਾਈਆਂ ਝਗੜੀਆਂ ਸੁੱਚ ਭੇਟ ਵੇਖ ਕੇ ਸਾਡੇ ਬੱਚੇ ਸਾਡੇ ਤੋਂ ਅੱਜ ਮੁਨਕਰ ਹੋ ਰਹੇ ਨੇ, ਕਿਉਂਕਿ ਦੁਨੀਆ ਚੰਦਰਮਾ ਦੇ ਵਸੀਕਰਨ ਕਰ ਰਹੀ ਹੈ। ਅਸੀਂ ਅਜੇ ਸਵਾਹ ਨਾਲ ਹੱਥ ਧੋਈ ਜਾ ਰਹੇ ਹਾਂ। ਅੱਗੇ ਚੱਲੀਏ ਆਪਾਂ। ਬਾਹਰਲੇ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਬੱਚੇ ਸਾਡੇ ਧਰਮ ਪ੍ਰਤੀ ਕਿਹੋ ਜਿਹੇ ਵਿਚਾਰ ਰੱਖਣਗੇ, ਇਹ ਤਾਂ ਉਹ ਬੀਬੀ ਜੀ ਬਿਹਤਰ ਤਰੀਕੇ ਨਾਲ ਸਾਨੂੰ ਦੱਸ ਸਕਦੇ ਨੇ, ਜਿਨ੍ਹਾਂ ਛੱਤ ਨੂੰ ਸਿਰ ਤੇ ਚੁੱਕ ਲਿਆ, ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਇਹ ਬੱਚੇ ਸੱਚਖੰਡ ਵਿੱਚ ਜਾ ਨਹੀਂ ਸਕਦੇ। ਪਰ ਭੋਲੇ ਬੱਚੇ ਕੀ ਸਾਡਾ ਗੌਰਵਮਈ ਵਿਰਸਾ ਜਾਣਨਗੇ। ਸੋਚਦੇ ਨਾਂ ਹੇਠ ਅਸੀਂ ਆਪ ਹੀ ਆਪਣੇ ਬੱਚਿਆਂ ਨੂੰ ਦੂਰ ਕਰੀ ਜਾ ਰਹੇ ਹਾਂ। ਗੁਰਬਾਣੀ ਵਿੱਚ ਤਾਂ ਅਖੌਤੀ ਸੋਚ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਹਾਂ, ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਗੁਰਦੁਆਰੇ ਜਦੋਂ ਵੀ ਆਉਣਾ ਹੈ, ਸਫਾਈ ਨੂੰ ਪਹਿਲੇ ਦਰਜੇ ਤੇ ਰੱਖਣਾ ਬਹੁਤ ਜ਼ਰੂਰੀ ਹੈ। ਹੱਥ ਪੈਰ ਕੱਪੜੇ ਆਦਿ ਸਾਫ਼ ਸੁਥਰੇ ਹੋਣੇ ਚਾਹੀਦੇ ਹਨ। ਇਸ ਦਾ ਅਰਥ ਇਹ ਨਹੀਂ ਕਿ ਬਾਹਰਲੀ ਸਫਾਈ ਤੇ ਸੁੱਚ ਉੱਤੇ ਹੀ ਜ਼ੋਰ ਦਿੱਤਾ ਜਾਵੇ, ਅੰਦਰਲੀ ਸਫਾਈ ਵੱਲ ਧਿਆਨ ਹੀ ਨਾ ਦਿੱਤਾ ਜਾਏ। ਸੁੱਚ ਦੇ ਨਾਂ ਹੇਠ ਅਸੀਂ ਨਿਰੇ ਕਰਮਕਾਂਡੀ ਹੀ ਬਣ ਗਏ ਹਾਂ। ਅਸਲੀਅਤ ਤਾਂ ਇੱਕ ਪਾਸੇ ਰਹਿ ਗਈ ਹੈ। ਇੱਕ ਹੋਰ ਭਰਮ ਪਾਲ ਲਿਆ ਹੈ ਕਿ ਗਿਣਤੀ ਦੇ ਪੂਜਾ ਪਾਠ ਕੀਤਿਆਂ ਸਾਡਾ ਸੰਸਾਰ ਵਿੱਚੋਂ ਪਾਰ ਉਤਾਰਾ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਕਦੇ ਵੀ ਇਹਨਾਂ ਸ਼ਬਦਾਂ ਨਾਲ ਸਹਿਮਤ ਨਹੀਂ ਹੋਏ। ਬਸੰਤ ਰਾਗ ਵਿੱਚ ਇੱਕ ਸ਼ਬਦ ਗੁਰੂ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦੀ ਇਸ ਵਿਚਾਰ ਚਰਚਾ ਲਈ ਆਪ ਸੰਗਤ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ। ਤੁਸੀਂ ਦੇਖੋ ਗੁਰੂ ਸਾਹਿਬ ਜੀ ਸਾਨੂੰ ਕਿਤਨਾ ਗਹਿਰਾ ਉਪਦੇਸ਼ ਦੇ ਰਹੇ ਹਨ ਤੇ ਅਸੀਂ ਅੱਜ ਦੀ ਡੇਟ ਅੰਦਰ ਵੀ ਸਵਾਹ ਲਿਆ ਕੇ, ਰੇਤ ਨਾਲ ਲਿਆ ਕੇ, ਹੱਥ ਸਾਫ਼ ਕਰਕੇ ਸਿੰਕਾਂ ਨੂੰ ਭਰਨ ਦੇ ਯਤਨ ਵਿੱਚ ਹਾਂ। ਸੋਨੇ ਕਾ ਚੌਂਕਾ ਕੰਚਨ ਕੁਵਾਰ, ਰੂਪੇ ਕੀਆਂ ਕਾਰਾਂ ਬਹੁਤ ਵਿਸਥਾਰ, ਗੰਗਾ ਕਾ ਉਦਕ ਕਰੰਤੇ ਕੀ ਆਗ, ਗਰੁੜਾ ਖਾਣਾ ਦੁੱਧ ਸਿਓ ਗਾਡ, ਰੇ ਮਨ ਲੇਖੈ ਕਬਹੂ ਨਾ ਪਾਏ, ਜਾਮ ਨਾ ਪੀਜੈ ਸਾਚ ਨਾ ਰਹਾਉ। 10-8 ਲਿਖੈ ਹੋਵੈ ਪਾਸ, ਚਾਰੇ ਵੇਦ ਮੁਖਾਗਰ ਪਾਠ, ਪੂਰਬੀ ਨਾਵੈ ਵਰਣਾ ਕੀ ਦਾਤ, ਵਰਤ ਨੇਮ ਕਰੇ ਦਿਨ ਰਾਤ, ਕਾਜ਼ੀ ਮੁੱਲਾ ਹੋਵੈ ਸ਼ੇਖ, ਜੋਗੀ ਜੰਗਮ ਭਗਵੇ ਭੇਖ, ਕੋ ਗਿਰਹੀ ਕਰਮਾਂ ਕੀ ਸੰਦ, ਬਿਨ ਬੂਝੇ ਸਭ ਖੜੀਅਸ ਬੰਦ, ਜੇਤੇ ਜੀ ਲਿਖੀ ਸਿਰਕਾਰ, ਕਰਨੀ ਉਪਰ ਹੋਵਗ ਸਾਰ, ਮੂਰਖ ਹੁਕਮ ਕਰੈ ਮੂਰਖ ਗਾਵਾਰ, ਨਾਨਕ ਸਾਚੇ ਕੇ ਸਿਫਤ ਭੰਡਾਰ, ਹੁਕਮ ਕਰੈ ਮੂਰਖ ਗਾਵਾਰ, ਨਾਨਕ ਸਾਚੇ ਕੇ ਸਿਫਤ ਭੰਡਾਰ। ਬਸੰਤ ਮਹੱਲਾ ਪਹਿਲਾ, ਪੰਨਾ 1168। ਸਦੀਆਂ ਤਾਈਂ ਬ੍ਰਾਹਮਣ ਦੇਵਤੇ ਦਾ ਗਲਬਾ ਗਰੀਬ ਮਨੁੱਖਤਾ ਤੇ ਰਿਹਾ ਹੈ, ਜੋ ਅੱਜ ਤਾਈਂ ਵੀ ਸਾਫ਼ ਸ਼ਬਦਾਂ ਵਿੱਚ ਦਿਸਦਾ ਹੈ। ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਗਿਣਤੀ ਮਿਣਤੀ ਦੇ ਧਾਰਮਿਕ ਕਰਮਾਂ ਦੀ ਚਰਚਾ ਕੀਤੀ ਗਈ ਹੈ।
ਪੂਜਾ ਦਾ ਮਾਲ ਛਕਣ ਵਾਲੇ ਨੇ ਗਿਣ ਗਿਣ ਕੇ ਕਰਮ ਕਾਂਡ ਮਨੁੱਖ ਦੇ ਗਲ ਵਿੱਚ ਪਾ ਦਿੱਤੇ ਹਨ। ਅਮੀਰ ਆਦਮੀ ਤਾਂ ਆਪਣੇ ਨੱਕ ਨਮੂਜ ਦੀ ਖਾਤਰ ਬੇਲੋੜੇ ਧਾਰਮਿਕ ਦਿਖਾਵੇ ਕਰਨ ਵਿੱਚ ਰੁੱਝ ਗਿਆ ਹੈ ਤੇ ਆਮ ਜਨਤਾ ਵੇਖੋ ਵੇਖੀ ਕਿਤੇ ਰੱਬ ਜੀ ਸਾਡੇ ਨਾਲ ਨਾਰਾਜ਼ ਨਾ ਹੋ ਜਾਣ ਇਹ ਕਰਮ ਕਰੀ ਜਾ ਰਹੇ ਹਨ। ਜਦੋਂ ਗੁਰਦੁਆਰੇ ਦਾ ਗ੍ਰੰਥੀ ਬਾਹਰਲੀਆਂ ਪੌੜੀਆਂ ਤੋਂ ਮੱਥੇ ਟੇਕਣੇ ਸ਼ੁਰੂ ਕਰੇਗਾ ਤੇ ਸਧਾਰਨ ਬੰਦਾ ਵੀ ਉੱਥੋਂ ਹੀ ਮੱਥੇ ਟੇਕਣੇ ਸ਼ੁਰੂ ਕਰ ਦੇਗਾ। ਹਾਂ, ਨਮਸਕਾਰ ਕਰਨੀ ਸਾਡਾ ਫਰਜ਼ ਬਣਦਾ ਹੈ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਮੱਥਾ ਟੇਕਣ ਤੋਂ ਪਹਿਲਾਂ ਬੰਦਾ 15-20 ਮੱਥੇ ਹੋਰ ਟੇਕੇ ਫਿਰ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ। ਅਦਬ ਬਹੁਤ ਕਰ ਰਹੇ ਹਾਂ ਤਾਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਲੈ ਕੇ ਆਪਣੇ ਜੀਵਨ ਵਿੱਚ ਅਸੀਂ ਅਪਣਾ ਨਹੀਂ ਰਹੇ। ਅਸਲ ਮੱਥਾ ਤਾਂ ਉਦੋਂ ਟੇਕਿਆ ਜਾਣਾ ਸਮਝਿਆ ਚਾਹੀਦਾ ਹੈ ਜਿਸ ਦਿਨ ਅਸੀਂ ਗੁਰੂ ਸਾਹਿਬ ਜੀ ਦੇ ਫਰਮਾਨ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲਿਆ। ਅਮੀਰ ਆਦਮੀ ਤਾਂ ਆਪਣੇ ਨੱਕ ਨਮੂਜ ਦੀ ਖਾਤਰ ਬੇਲੋੜੇ ਧਾਰਮਿਕ ਦਿਖਾਵੇ ਕਰਨ ਵਿੱਚ ਰੁੱਝ ਗਿਆ ਹੈ। ਆਮ ਜਨਤਾ ਵੇਖੋ ਵੇਖੀ ਕਿਤੇ ਰੱਬ ਜੀ ਸਾਡੇ ਨਾਲ ਨਾਰਾਜ਼ ਨਾ ਹੋ ਜਾਣ ਇਹ ਕਰਮ ਕਰੀ ਜਾ ਰਹੇ ਹਨ। ਗੁਰਦੇਵ ਜੀ ਦਾ ਸਪਸ਼ਟ ਫਰਮਾਨ ਹੋਣ ਦੇ ਬਾਵਜੂਦ ਵੀ ਅੱਜ ਸਿੱਖ ਕੌਮ ਲੇਖਿਆਂ ਵਿੱਚ ਪਈ ਹੋਈ ਹੈ। ਹੇ ਮੇਰੇ ਮਨ, ਲੇਖਾ ਕੀਤਿਆਂ ਕਦੇ ਵੀ ਮਨ ਪ੍ਰਮਾਤਮਾ ਦੇ ਵਿੱਚ ਨਹੀਂ ਭਿੱਜ ਸਕਦਾ। ਮਨ ਭਿੱਜਣਾ ਹੈ ਗੁਰੂ ਜੀ ਦੇ ਗੁਣਾਂ ਨੂੰ ਧਾਰਨ ਕੀਤਿਆਂ। ਮੈਨੂੰ ਯਾਦ ਹੈ ਇੱਕ ਬੰਦੇ ਨੇ ਆਪਣੀ ਬੈਲਟ ਦੇ ਨਾਲ ਗਿਣਤੀ ਕਰਨ ਵਾਲੀ ਮਸ਼ੀਨ ਲਾਈ ਹੋਈ, ਕਦਮ ਚੱਲਦਾ ਨਾਲ ਵਾਹਿਗੁਰੂ ਬੋਲਦਾ ਤੇ ਕਹਿੰਦਾ ਸ਼ਾਮ ਤੱਕ ਮੈਂ 1001 ਵਾਰ ਵਾਹਿਗੁਰੂ ਦਾ ਨਾਮ ਲੈ ਲਿਆ ਤੇ ਝੂਠ ਇੰਨਾ ਬੋਲਦਾ ਵੀ ਜਿਹਦਾ ਹਿਸਾਬ ਕੋਈ ਨਹੀਂ। ਗਿਣਤੀ ਮਿਣਤੀ ਦੇ ਪਾਠ ਕਰਨ ਦੇ ਨਾਲ ਬੰਦੇ ਦਾ ਗੁਜ਼ਾਰਾ ਨਹੀਂ ਜਿੰਨਾ ਚਿਰ ਤੱਕ ਗੁਰੂ ਸਾਹਿਬ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦਾ ਅੰਗ ਨਹੀਂ ਬਣਾਉਂਦਾ। ਹੇ ਮੇਰੇ ਮਨ, ਲੇਖਾ ਕੀਤਿਆਂ ਕਦੇ ਵੀ ਮਨ ਪ੍ਰਮਾਤਮਾ ਵਿੱਚ ਭਿੱਜ ਨਹੀਂ ਸਕਦਾ। ਮਨ ਭਿੱਜਣਾ ਹੈ ਪ੍ਰਭੂ ਜੀ ਦੇ ਗੁਣਾਂ ਨੂੰ ਧਾਰਨ ਕੀਤਿਆਂ। ਗੁਣਾਂ ਨੂੰ ਧਾਰਨ ਕਰਨਾ ਤਾਂ ਇੱਕ ਪਾਸੇ ਰਿਹਾ, ਹੁਣ ਤਾਂ ਹਾਲਾਤ ਅਜਿਹੇ ਬਣ ਗਏ ਹਨ ਕਿ ਰੱਬੀ ਗੁਣਾਂ ਨੂੰ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ। ਲੇਖੇ ਕਿਹੜੇ ਕਿਹੜੇ ਹਨ ਉਹ ਬਾਕੀ ਦੇ ਸ਼ਬਦ ਵਿੱਚ ਵਿਸਥਾਰ ਨਾਲ ਆਏ ਹਨ। ਲਓ ਪਹਿਲਾਂ ਰਹਾਉ ਦੀਆਂ ਤੁਕਾਂ ਨੂੰ ਵਿਚਾਰ ਨਾਲ ਸਰਵਣ ਕਰੋ। ਰੇ ਮਨ ਲੇਖੇ ਕਬਹੂ ਨਾ ਪਾਏ, ਜਾਮ ਨਾ ਭੀਜੈ ਸਾਚ ਨਾਏ। ਲੇਖੇ ਗਿਣੇ ਮਿਥੇ ਅਜਿਹੇ ਕਰਮ ਕਰੀ ਜਾਣੇ ਜਿਨ੍ਹਾਂ ਦਾ ਕੋਈ ਲਾਭ ਹੀ ਨਾ ਹੋਵੇ ਤੇ ਮਨ ਨੂੰ ਧਰਵਾਸ ਦੇਈ ਜਾਣਾ ਕਿ ਅਸੀਂ ਬਹੁਤ ਰਾਮ ਭਗਤ ਹਾਂ ਤੇ ਬਾਕੀ ਦੁਨੀਆ ਤਾਂ ਸਿੱਧੀ ਹੀ ਨਰਕਾਂ ਵਿੱਚ ਚਲੀ ਜਾਣੀ ਹੈ। ਜਿੰਨਾ ਚਿਰ ਗੁਰਬਾਣੀ ਦੇ ਗਿਆਨ ਵੱਲ ਧਿਆਨ ਦਾ ਯਤਨ ਨਹੀਂ ਕਰਦੇ ਉਹਨਾਂ ਚਿਰ ਤੀ ਕਦੇ ਵੀ ਆਤਮਕ ਉન્નਤੀ ਨਹੀਂ ਹੋ ਸਕਦੀ, ਨਾ ਹੀ ਕਦੇ ਸਮਾਜ ਦਾ ਕੋਈ ਭਲਾ ਹੋ ਸਕਦਾ। ਬਾਕੀ ਸ਼ਬਦ ਵਿੱਚ ਨਿਭਾ ਰਹੇ ਲੇਖਿਆਂ ਦਾ ਜ਼ਿਕਰ ਕੀਤਾ ਗਿਆ ਹੈ। ਮੈਂ ਵੀ ਇਸ ਲੇਖੇ ਤੋਂ ਕਦੇ ਬਚਿਆ ਨਹੀਂ ਸੀ ਹੋਇਆ। ਬਚਪਨੇ ਵਿੱਚ ਹਰ ਵੀਰਵਾਰ ਨੂੰ ਇੱਕ ਪਿੱਪਲ ਦੇ ਥੱਲੇ ਮਿੱਟੀ ਦਾ ਖੋਡਾ ਬਣਿਆ ਹੋਇਆ ਹੋਣਾ, ਉਹਦੇ ਵਿੱਚ ਦੀਵੇ ਜਗਦੇ ਹੋਣੇ। ਹਰ ਵੀਰਵਾਰ ਨੂੰ ਤੇਲ ਪਾ ਕੇ ਆਉਣਾ ਅਸੀਂ ਧਰਮ ਦਾ ਕਰਮ ਸਮਝਦੇ ਸੀ। ਉਹਨਾਂ ਦੀਵਿਆਂ ਨੂੰ ਮੁੜ ਕੇ ਕੁੱਤੇ ਚੱਟਦੇ ਹੁੰਦੇ ਸੀ, ਤੇਲ ਨੂੰ ਚੱਟਦੇ ਹੁੰਦੇ ਸੀ। ਅਸੀਂ ਇਹ ਭਰਮ ਪਾਲਿਆ ਨਾਂ ਰੱਖਿਆ ਸੀ ਮਾਨਾ ਵਾਲਾ। ਹੁਣ ਵੀ ਲੋਕ ਉੱਥੇ ਜਾ ਰਹੇ ਨੇ, ਹੁਣ ਕਈਆਂ ਨੇ ਉੱਥੇ ਗੁਰਦੁਆਰੇ ਵੀ ਬਣਾ ਦਿੱਤੇ ਜੀ। ਤੋ ਲੇਖਿਆਂ ਵਿੱਚ ਅਸੀਂ ਪੈ ਗਏ, ਪਖੰਡ ਵਿੱਚ ਪੈ ਗਏ, ਕਰਮਕਾਂਡ ਵਿੱਚ ਪੈ ਗਏ। ਅਸੀਂ ਵੀ ਆਪਣੇ ਪਿੰਡ ਕਵਰ ਦੇ ਉੱਤੇ ਮਿੱਠਿਆਂ ਚੌਲਾਂ ਦੀ ਇੱਕ ਦੇਗ ਬਣਾ ਕੇ ਚਾੜਦੇ ਹੁੰਦੇ ਸੀ ਸਾਲ ਬਾਅਦ। ਲੋਕਾਂ ਨੇ ਬੜੇ ਮਜ਼ੇ ਨਾਲ ਖਾਣੇ ਤੇ ਅਸੀਂ ਸਮਝਦੇ ਸੀ ਬੜਾ ਧਰਮ ਦਾ ਕਰਮ ਕਰ ਰਹੇ ਹਾਂ। ਇਹ ਉਹਨਾਂ ਚਿਰ ਤੱਕ ਕੀਤਾ ਜਿੰਨਾ ਚਿਰ ਤੱਕ ਗੁਰੂ ਸ਼ਬਦ ਦੀ ਸੋਝੀ ਨਹੀਂ ਆਈ। ਸ਼ਬਦ ਦੀ ਸੋਝੀ ਆ ਗਈ, ਇਸ ਕੰਮ ਵਿੱਚ ਜਾਣਾ ਬੰਦ ਕਰ ਦਿੱਤਾ। ਸੋਨੇ ਕਾ ਚੌਂਕਾ ਕੰਚਨ ਕੁਆਰ, रूपे की कारा बहुत विस्तार, गंगा का उदक करमते की आग, गरुड़ा खाना दुर स्यों गाड़। रोटी ਤਿਆਰ ਕਰਨ ਲਈ ਚੌਂਕੇ ਦੀ ਸਫਾਈ ਜ਼ਰੂਰ ਹੋਣੀ ਚਾਹੀਦੀ ਹੈ। ਪ੍ਰਸ਼ਾਦਾ ਪਾਣੀ ਵਰਤ ਚੁੱਕਣ ਪਿੱਛੋਂ ਫਿਰ ਸਫਾਈ ਅਤੀ ਜ਼ਰੂਰੀ ਹੈ। ਅੱਜ ਦੇ ਵਿਗਿਆਨ ਦੇ ਯੁੱਗ ਅੰਦਰ ਬਾਹਰ ਦੇ ਮੁਲਕਾਂ ਵਿੱਚ ਖਾਣ ਪੀਣ ਦੀਆਂ ਵਸਤਾਂ ਦੀ ਸਫਾਈ ਜਾਂ ਰਸੋਈ ਦੀ ਸਫਾਈ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਹੁਣ ਅਮਰੀਕਾ ਵਰਗੇ ਮੁਲਕ ਅੰਦਰ ਜੇ ਰਸੋਈ ਆਣ ਕੇ ਮਹਿਕਮੇ ਵਾਲੇ ਚੈੱਕ ਕਰਨ, ਉਹਨਾਂ ਨੂੰ ਰਸੋਈ ਸਾਫ਼ ਨਾ ਲੱਗੇ ਉਹ ਸੀਲ ਵੀ ਕਰ ਜਾਂਦੇ ਆ। ਜੇ ਕਿਤੇ ਖਾਣ ਵਾਲੀ ਵਸਤੂ ਵਿੱਚੋਂ ਕਦੇ ਕਦਾਈ ਮੱਖੀ ਇਤਿਆਦਿਕ ਨਿਕਲ ਆਏ
ਤਾਂ ਪਤਾ ਲੱਗਣ ਤੇ ਉਸ ਵੇਲੇ ਹੋਟਲ ਨੂੰ ਸੀਲ ਕਰ ਦਿੱਤਾ ਜਾਂਦਾ ਹੈ। ਚੇਤਾਵਨੀ ਜਾਂ ਭਾਰੀ ਜੁਰਮਾਨਾ ਦੇ ਕੇ ਅਗਾਹਾਂ ਕੋਈ ਕਾਰਵਾਈ ਹੁੰਦੀ ਹੈ। ਪਰ ਅਸਾਂ ਇਸ ਗੱਲ ਨੂੰ ਨਾ ਸਮਝਦਿਆਂ ਹੋਇਆਂ ਸਫਾਈ ਨੂੰ ਧਰਮ ਨਾਲ ਜੋੜਦਿਆਂ ਬ੍ਰਾਹਮਣ ਦੀ ਸੋਚ ਦਾ ਨਾਂ ਦੇ ਕੇ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮੰਨੀ ਬੈਠੇ ਹਾਂ। ਅਖੌਤੀ ਪਵਿੱਤਰਤਾ ਲਈ ਕੀਤੇ ਅਨੇਕਾਂ ਕਰਮਾਂ ਦਾ ਭਿਆਨਕ ਭਾਂਡਾ ਗੁਰੂ ਜੀ ਨੇ ਸਾਡੇ ਸਾਹਮਣੇ ਫੋੜਿਆ ਹੈ। ਬ੍ਰਾਹਮਣ ਦੇਵਤਾ ਜੀ, ਸੋਚ ਦੇ ਨਾਂ ਹੇਠ ਤੁਸੀਂ ਚੌਂਕੇ ਨੂੰ ਪੋਚਾ ਦੇ ਕੇ ਪਵਿੱਤਰ ਕਰਨ ਦੇ ਆਹਰ ਵਿੱਚ ਲੱਗੇ ਹੋ। ਗੁਰਦੇਵ ਜੀ ਨੇ ਸਪਸ਼ਟ ਐਲਾਨ ਕੀਤਾ, ਗੋਹੇ ਆਦਿ ਦਾ ਪੋਚਾ ਫੇਰਿਆਂ ਤਾਂ ਤੇਰੀ ਸ਼ਾਇਦ ਗੱਲ ਨਾ ਬਣੇ। ਬੇਸ਼ੱਕ ਤੂੰ ਸੋਨੇ ਦਾ ਚੌਂਕਾ ਤਿਆਰ ਕਰਕੇ ਸੋਨੇ ਦੇ ਹੀ ਭਾਂਡੇ ਵਰਤੋਂ ਵਿੱਚ ਲਿਆਵੇਂ, ਤੇਰੇ ਮਨ ਵਿੱਚ ਵੀ ਪਵਿੱਤਰਤਾ ਨਹੀਂ ਆ ਸਕਦੀ। ਚੌਂਕੇ ਨੂੰ ਹੋਰ ਸੁੱਚਾ ਕਰਨ ਲਈ ਚਾਂਦੀ ਦੀਆਂ ਲੀਕਾਂ ਕੱਢੇ, ਭੋਜਨ ਤਿਆਰ ਕਰਨ ਲਈ ਗੰਗਾ ਦਾ ਜਲ ਲਿਆਵੇਂ, ਚੁੱਲ੍ਹੇ ਵਿੱਚ ਅਰਣੀ ਦੀ ਲੱਕੜ ਬਾਲੇ, ਭਾਵ ਅਰਣੀ ਦੀ ਲੱਕੜ ਤੋਂ ਅੱਗ ਤਿਆਰ ਕਰੇ, ਦੁੱਧ ਨੂੰ ਰਿੰਨ ਕੇ ਸੰਘਣੀ ਕੜਾਕੇਦਾਰ ਖੀਰ ਤਿਆਰ ਕਰੇ, ਤਾਂ ਵੀ ਤੇਰੇ ਮਨ ਦਾ ਅੰਧੇਰਾ ਦੂਰ ਨਹੀਂ ਹੋ ਸਕਦਾ। ਸੋਚ ਤੇ ਭਿੱਟ ਸਾਡੇ ਵਿੱਚ ਕਿਤਨੀ ਆ ਗਈ ਹੈ ਕਿ ਸਿੱਖ ਹੀ ਸਿੱਖ ਦੇ ਹੱਥ ਦਾ ਪ੍ਰਸ਼ਾਦਾ ਪਾਣੀ ਲੈ ਕੇ ਖਾਣ ਲਈ ਤਿਆਰ ਨਹੀਂ। ਗੁਰਦੁਆਰੇ ਵਿੱਚ ਬਣਿਆ ਹੋਇਆ ਕੜਾਹ ਪ੍ਰਸ਼ਾਦ ਲੈਣ ਲਈ ਸਿੱਖ ਸਪਸ਼ਟ ਨਾ ਕੀਤੀ ਜਾ ਰਹੀ ਹੈ। ਕਈ ਤਾਂ ਆਪਣੇ ਹੱਥ ਨੂੰ ਗਲ ਵਿੱਚ ਪਾਏ ਪਰਨੇ ਨਾਲ ਲਪੇਟ ਕੇ ਫਿਰ ਦੂਸਰਿਆਂ ਨਾਲ ਮਿਲਾਉਣਗੇ। ਉਸੇ ਪਰਨੇ ਨਾਲ ਆਪ ਨੱਕ ਪੂੰਝਿਆ ਹੁੰਦਾ। ਧੰਨ ਗੁਰੂ ਦਾ ਜੀਵਨ। ਭਾਈ ਮਰਦਾਨੇ ਦੇ ਹੱਥੋਂ ਭੋਜਨ ਲੈ ਕੇ ਤਕਰੀਬਨ 5 ਦਹਾਕੇ ਛਕਦੇ ਰਹੇ। ਹਰ ਚੀਜ਼ ਦੀ ਹੱਦ ਹੁੰਦੀ ਹੈ, ਪਰ ਜਦੋਂ ਹੱਦ ਤੋਂ ਕੋਈ ਕਰਮ ਵੱਧ ਜਾਏ ਤਾਂ ਨਿਸ਼ਚਿਤ ਰੂਪ ਵਿੱਚ ਉਹ ਕਰਮ ਕਾਂਡ ਬਣ ਜਾਂਦਾ ਹੈ। ਮਨੁੱਖੀ ਭਾਵਨਾ ਵਾਲਾ ਸਿਰਜਿਆ ਰਿਸ਼ਤਾ ਕਾਗਜ਼ਾਂ ਵਿੱਚ ਅਲੋਪ ਹੋ ਰਿਹਾ ਹੈ। ਭਾਂਡਿਆਂ ਦਾ ਨਵਾਂ ਖਿਆਲ ਉਤਪੰਨ ਹੋਇਆ। ਕੋਈ ਆਖਦਾ ਕਿ ਸਰਬ ਲੋਹੇ ਦਾ ਭਾਂਡਾ ਵਰਤਿਆ ਜਾਣਾ ਚਾਹੀਦਾ ਹੈ। ਕੋਈ ਕੱਚ ਦਾ, ਕੋਈ ਸਟੀਲ ਦਾ ਬਰਤਨਾਂ ਦਾ ਰੌਲਾ ਪਾਈ ਬੈਠਾ ਹੈ। ਸਮਝਣ ਵਾਲੀ ਗੱਲ ਇਹ ਹੈ, ਮੱਝ ਹੱਡ, ਮਾਸ ਤੇ ਖੂਨ ਦੀ ਬਣੀ ਹੋਈ ਹੈ। ਉਹਦਾ ਖੂਨ 400 ਲੀਟਰ, ਭਾਵ ਇੱਕ ਖੂਨ 400 ਵਾਰ ਉਹਦੇ ਥਣ ਵਿੱਚੋਂ ਦੀ ਗੇੜਾ ਕੱਢੇ ਤੇ ਫਿਰ 1 ਕਿਲੋ ਦੁੱਧ ਬਣਦਾ ਹੈ। ਤੇ ਹਰੇਕ ਮਨੁੱਖ ਦਾ ਸਰੀਰ ਵੀ ਹੱਡ, ਮਾਸ ਤੇ ਨਾੜੀਆਂ ਦਾ ਬਣਿਆ ਹੋਇਆ ਹੈ। ਹੁਣ ਦੇਖੋ, ਚਮੜੇ ਦੇ ਥਣ ਤੇ ਚਮੜੇ ਦੇ ਬੁੱਲ, ਆ ਮੇਰੇ ਵਰਗੇ ਮੂਰਖਾਂ ਮਨੁੱਖਾਂ ਨੇ ਵਿਚਕਾਰ ਭਾਂਡਿਆਂ ਦਾ ਰੌਲਾ ਪਾਇਆ ਹੋਇਆ ਹੈ। ਸੁੱਚ ਲਈ ਵਰਤੇ ਜਾਣ ਵਾਲੇ ਸੋਨੇ ਦੇ ਬਰਤਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਮੱਝ ਚਮੜੇ ਦੀ, ਮਨੁੱਖ ਦੇ ਬੁੱਲ ਚਮੜੇ ਦੇ। ਅਸੀਂ ਗਲਾਸ ਦੇ ਰੌਲਾ ਪਾਈ ਬੈਠਾ। ਕੋਈ ਕਹਿੰਦਾ ਜੀ ਮੈਂ ਕੱਚ ਦੇ ਗਲਾਸ 'ਚ ਦੁੱਧ ਪੀਣਾ, ਕੋਈ ਕਹਿੰਦਾ ਜੀ ਮੈਂ ਸਟੀਲ ਦੇ ਗਲਾਸ 'ਚ ਦੁੱਧ ਪੀਣਾ, ਕੋਈ ਲੋਹੇ ਦੇ ਭਾਂਡੇ ਆਪਣੇ ਨਾਲ ਹੀ ਚੁੱਕੀ ਫਿਰਦਾ। ਹੱਦ ਹੋ ਗਈ। ਚਮੜੇ ਦੇ ਸਾਡੇ ਬੁੱਲ, ਚਮੜੇ ਦਾ ਮੱਝ ਦਾ ਥਣ, ਉਹ 'ਚ ਦੁੱਧ ਆ ਰਿਹਾ ਤੇ ਗਲਾਸ ਤੇ ਅਸੀਂ ਰੌਲਾ ਪਾ ਕੇ ਬੈਠੇ ਹੋਏ ਹਾਂ। ਹੈ ਕਿ ਨਹੀਂ ਲੇਖਿਆਂ ਵਾਲੀ ਕਹਾਣੀ। ਤੋ ਸੋਚ ਲਈ ਵਰਤੇ ਜਾਣ ਵਾਲੇ ਸੋਨੇ ਦੇ ਬਰਤਨਾਂ ਨੂੰ ਵੀ ਤਰਜੀਹ ਨਹੀਂ ਦਿੱਤੀ ਗਈ। ਕਈ ਵਾਰੀ ਅਜੀਬ ਘਟਨਾਵਾਂ ਵਾਪਰ ਜਾਂਦੀਆਂ ਨੇ ਜੋ ਇਤਿਹਾਸ ਦਾ ਹਿੱਸਾ ਹੋ ਨਿਬੜਦੀਆਂ ਹਨ। ਕੈਲੀਫੋਰਨੀਆ ਦੇ ਇੱਕ ਪਰਿਵਾਰ ਵਿੱਚ ਲੰਗਰ ਛਕਣ ਲੱਗਿਆਂ ਉਹਨਾਂ ਨੇ ਘਟਨਾ ਦਾ ਜ਼ਿਕਰ ਕੀਤਾ ਕਿ ਸਾਡੇ ਘਰ ਕੁਝ ਸਿੰਘ ਲੰਗਰ ਛਕਣ ਲਈ ਆਏ। ਅਚਾਨਕ ਬੱਚੇ ਨੇ ਸਲਾਦ ਵਾਲੀ ਪਲੇਟ ਨੂੰ ਹੱਥ ਲਗਾ ਦਿੱਤਾ। ਇੱਕ ਸਿੰਘ ਨੇ ਦੇਖ ਲਿਆ, ਨਾਲ ਹੀ ਪੁੱਛ ਲਿਆ, ਇਸ ਬੱਚੇ ਨੇ ਅੰਮ੍ਰਿਤ ਛਕਿਆ ਹੈ ਕਿ ਨਹੀਂ? ਘਰਦੇ ਨੇ ਕਿਹਾ, ਨਹੀਂ ਜੀ, ਇਸ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਛੋਟਾ ਬੱਚਾ ਹੈ। ਉਂਝ ਘਰ ਵਾਲਿਆਂ ਸਾਰਿਆਂ ਅੰਮ੍ਰਿਤ ਛਕਿਆ। ਲੰਗਰ ਛਕਣ ਵਾਲੇ ਸਿੰਘਾਂ ਵਿੱਚੋਂ ਇੱਕ ਕਹਿਣ ਲੱਗਾ, ਤਾਂ ਫਿਰ ਇਹ ਸਲਾਦ ਝੂਠਾ ਹੋ ਗਿਆ, ਚੁੱਕੋ ਇਹਨੂੰ। ਵਿਚਾਰੇ ਘਰਦਿਆਂ ਨੇ ਮੌਕਾ ਸੰਭਾਲਦਿਆਂ ਕਿਤੇ ਬਾਬਿਆਂ ਦੀ ਕਰੋਪੀ ਦਾ ਸ਼ਿਕਾਰ ਨਾ ਹੋ ਜਾਈਏ, ਉਸੇ ਵੇਲੇ ਹੀ ਹੋਰ ਸਲਾਦ ਤਿਆਰ ਕਰਕੇ ਲਿਆ ਰੱਖਿਆ। ਲੰਗਰ ਛਕਣ ਉਪਰੰਤ ਪਰਿਵਾਰ ਵਾਲਿਆਂ ਨੇ ਚਾਹ ਜਾਂ ਦੁੱਧ ਛਕਣ ਬਾਰੇ ਪੁੱਛਿਆ ਤਾਂ ਗਰਮ ਦੁੱਧ ਦੀ ਇੱਛਾ ਪ੍ਰਗਟ ਕੀਤੀ ਗਈ। ਲੰਗਰ ਛਕਿਆ। ਲੰਗਰ ਤੋਂ ਬਾਅਦ ਕਹਿੰਦੇ ਗਰਮ ਦੁੱਧ ਤਿਆਰ ਹੋ ਕੇ ਆ ਗਿਆ ਤਾਂ ਇੱਕ ਬੱਚੇ ਨੇ ਸਿੰਘਾਂ ਦੇ ਸਵਾਲ ਕਰ ਦਿੱਤਾ ਜਿਸ ਦੀ ਕਿਸੇ ਨੂੰ ਆਸ ਨਹੀਂ ਸੀ, ਅੰਕਲ ਜੀ, ਕੀ ਮੱਝ ਵੀ ਸਰਬ ਲੋਹੇ ਦੀ ਬਣੀ ਹੋਈ ਹੈ? ਕੀ ਮੱਝ ਨੇ ਵੀ ਅੰਮ੍ਰਿਤ ਛਕਿਆ ਹੋਇਆ ਹੈ? ਜੇ ਮੱਝ ਲੋਹੇ ਦੀ ਨਹੀਂ ਤਾਂ ਫਿਰ ਉਸ ਦਾ ਦੁੱਧ ਪੀਤਾ ਜਾ ਸਕਦਾ ਹੈ? ਅਜਿਹੇ ਸਵਾਲ ਦਾ ਕਿਸੇ ਪਾਸ ਵੀ ਕੋਈ ਉੱਤਰ ਨਹੀਂ ਸੀ। ਇਹ ਤਾਂ ਇੱਕ ਵੰਨਗੀ ਮਾਤਰ ਹੈ।
ਸਿੱਖਾਂ ਦੀ ਅਪਣਾਈ ਹੋਈ ਅਖੌਤੀ ਸੋਚਦੀ ਜੋ ਭਰਾ ਨਾਲੋਂ ਭਰਾ ਨੂੰ ਦੂਰ ਕਰੀ ਜਾ ਰਹੀ ਹੈ। ਬਨਾਵਟੀ ਸੋਚ ਰੱਖਣ ਵਾਲੇ ਇਸ ਸ਼ਬਦ ਨੂੰ ਪੜ੍ਹਨਗੇ ਤਾਂ ਪੂਜਾ ਤੀਕ ਹੀ ਸੀਮਤ ਹੋ ਕੇ ਰਹਿ ਜਾਣਗੇ। ਭਲਾ ਜ਼ਰਾ ਕੋਈ ਸ਼ਬਦ ਵਿਚਾਰਨ ਦੀ ਸਾਨੂੰ ਲੋੜ ਹੈ। ਸਰਦਾਰ ਦਲਬੀਰ ਸਿੰਘ ਦੀ ਇੱਕ ਪੁਸਤਕ ਹੈ, ਨੇੜਿਓਂ ਡਿੱਠੇ, ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ। ਉਸ ਪੁਸਤਕ ਦੇ 55 ਨੰਬਰ ਉੱਤੇ ਲਿਖਦੇ ਨੇ ਕਿ ਮੈਂ ਦੇਵਨੇਤ ਨਾਲ ਲੰਗਰ ਵਿੱਚ ਪ੍ਰਸ਼ਾਦਾ ਛਕਣ ਲੱਗ ਪਿਆ। 3 ਫੁੱਟ ਦੀ ਉਚਾਈ ਤੋਂ ਲੰਗਰ ਵਰਤਾਉਣ ਵਾਲਾ ਪ੍ਰਸ਼ਾਦੇ ਸੁੱਟ ਰਿਹਾ ਸੀ, ਜੋ ਮੈਨੂੰ ਗਵਾਰਾ ਜਾਪਿਆ, ਚੰਗਾ ਨਾ ਲੱਗਿਆ। ਅਗਲੇ ਦਿਨ ਫਿਰ ਪੰਗਤ ਵਿੱਚ ਬੈਠ ਕੇ ਦੁੱਧ ਛਕ ਰਹੇ ਸੀ। ਮੇਰੇ ਕੌਲੇ ਵਿੱਚ ਵਰਤਾਵਾ ਦੁੱਧ ਪਾ ਰਿਹਾ ਸੀ। ਮੈਂ ਉਹਨੂੰ ਕਿਹਾ, ਬਸ ਹਟਿਆ ਨਾ। ਮੈਂ ਜੱਗ ਨੂੰ ਹੱਥ ਲਾ ਕੇ ਪਰੇ ਕਿਹਾ, ਭਾਈ ਬਸ। ਉਹਨੇ ਜੱਗ ਉੱਥੇ ਰੱਖ ਦਿੱਤਾ ਕਿ ਜੱਗ ਝੂਠਾ ਹੋ ਗਿਆ, ਇਹ ਦੁੱਧ ਹੁਣ ਸੰਗਤ 'ਚ ਵਰਤਾਇਆ ਨਹੀਂ ਜਾਵੇਗਾ। ਕੈਸੀ ਸੁੱਚ ਭੇਟ ਤੇ ਅਨਪੜ੍ਹਤਾ ਨੇ ਸਿੱਖਾਂ ਵਿੱਚ ਜਨਮ ਲਿਆ। ਉਂਝ ਅਸੀਂ ਕਹਿੰਦੇ ਨਹੀਂ ਥੱਕਦੇ ਜੀ, ਸਾਡਾ ਵਿਗਿਆਨਕ ਧਰਮ ਹੈ, ਸਾਡਾ ਅਗਾਂਹ ਵਧੂ ਧਰਮ ਹੈ, ਸਾਡਾ ਸਾਇੰਟੀਫਿਕ ਧਰਮ ਹੈ। ਗੁਰਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ, ਅਮਲ ਸਾਡੇ ਜੀਵਨ ਵਿੱਚੋਂ ਵੇਖਿਆ ਜਾ ਸਕਦਾ ਹੈ। ਕਈ ਵਿਚਾਰੇ ਤਾਂ ਭਾਂਡੇ ਵੀ ਆਪਣੇ ਨਾਲ ਘਰੋਂ ਹੀ ਲੈ ਕੇ ਆਉਂਦੇ ਹਨ। ਇਹ ਲੇਖਿਆਂ ਦੇ ਜੀਵਨ ਵਿੱਚ ਪਏ ਹੋਏ ਹਾਂ। ਸ਼ਬਦ ਦੇ ਦੂਸਰੇ ਬੰਦ ਵਿੱਚ ਗਿਣਤੀ ਦੇ ਪਾਠਾਂ ਦੀ ਚਰਚਾ ਸਾਡੇ ਧਿਆਨ ਵਿੱਚ ਲਿਆਂਦੀ ਗਈ ਹੈ। ਕਿਸੇ ਪੰਡਤ ਨੇ 18 ਪੁਰਾਣ ਲਿਖ ਕੇ ਆਪਣੇ ਪਾਸ ਰੱਖੇ ਹੋਣ, ਚਾਰੇ ਵੇਦਾਂ ਦਾ ਪਾਠ ਜ਼ਬਾਨੀ ਹੋਵੇ ਯਾਦ, ਮਿਥੇ ਹੋਏ ਦਿਹਾੜਿਆਂ ਤੇ ਤੀਰਥਾਂ ਦਾ ਇਸ਼ਨਾਨ ਕਰੇ, ਸ਼ਾਸਤਰਾਂ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਵੱਖ-ਵੱਖ ਵਰਨਾਂ ਦੇ ਬੰਦਿਆਂ ਨੂੰ ਦਾਨ ਦੇਵੇ, ਦਿਨੇ ਰਾਤ ਵਰਤ ਰੱਖਦਾ ਰਹੇ, ਫਿਰ ਕਈ ਤਰ੍ਹਾਂ ਦੇ ਨਿਯਮ ਨਿਭਾਉਂਦਾ ਰਹੇ, ਤਾਂ ਵੀ ਇਹ ਨਿਯਮ ਪ੍ਰਭੂ ਨੂੰ ਪਸੰਦ ਨਹੀਂ ਹਨ। ਤੁਕਾਂ ਦਾ ਪਾਠ ਇਸ ਤਰ੍ਹਾਂ ਹੈ, 10 8 ਲੀਖੇ ਹੋਵੇਂ ਪਾਸ, ਚਾਰੇ ਵੇਦ ਮੁਖਾਗਰ ਪਾਠ, ਪੂਰਬੀ ਨਹਾਵੈ ਵਰਨਾ ਕੀ ਦਾਤ, ਵਰਤ ਨੇਮ ਕਰੇ ਦਿਨ ਰਾਤ। ਸਿੱਖੀ ਵਿੱਚ ਅਜੀਬ ਕਹਾਣੀਆਂ ਦੇਖਣ ਨੂੰ ਮਿਲ ਰਹੀਆਂ ਹਨ। ਕਈਆਂ ਨੇ ਸੰਕਟ ਮੋਚਨ ਤੇ ਕਈਆਂ ਨੇ ਦੁੱਖ ਭੰਜਨੀ ਦੇ ਗੁਟਕੇ ਆਪਣੇ ਪਾਸ ਰੱਖੇ ਹੋਏ ਹਨ। ਇਹ ਸਭ ਤੋਂ ਜ਼ਿਆਦਾ ਪਬਲਿਸ਼ਰਾਂ ਦੀ ਕਾਢ ਹੈ, ਜਿਨ੍ਹਾਂ ਨੇ ਸਸਤੇ ਤਰੀਕੇ ਨਾਲ ਸਿੱਖੀ ਨੂੰ ਸੇਲ ਤੇ ਲਾ ਕੇ ਪੈਸੇ ਉਹਨਾਂ ਨੇ ਵੱਟੇ ਨੇ ਤੇ ਭੋਲੀਆਂ ਸੰਗਤਾਂ ਨੂੰ ਦੁੱਖ ਭੰਜਨੀ ਦੇ ਗੁਟਕੇ ਤੇ ਆ ਸ਼ਰਧਾ ਪੂਰਵਕ ਜਿਹੜੇ ਸ਼ਬਦ ਨੇ ਇਹ ਬਣਾ ਕੇ ਉਹਨਾਂ ਨੇ ਵੇਚੇ ਔਰ ਪੈਸੇ ਵੱਟੇ। ਹੁਣ ਤਾਂ ਇਹ ਵੀ ਸੁਣਨ ਵਿੱਚ ਆ ਰਿਹਾ ਹੈ, ਆਓ ਬਾਬਾ ਜੀ ਸੁਖਮਨੀ ਸਾਹਿਬ ਦਾ ਪੂਰਾ ਪਾਠ 15 ਮਿੰਟ ਵਿੱਚ ਕੱਢ ਲੈਂਦੇ ਹਨ। ਦੂਸਰਾ ਕੋਲੋਂ ਹੀ ਬੋਲ ਪੈਂਦਾ ਜੀ, ਸਾਡੇ ਬਾਬਾ ਜੀ ਤਾਂ 3 ਮਿੰਟ ਵਿੱਚ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਹਨ। ਤੀਸਰਾ ਮਨੀਕਰਨ ਦੇ ਇਸ਼ਨਾਨ ਦੀ ਮਹੱਤਤਾ ਦੱਸ ਕੇ ਲੋਕਾਂ ਨੂੰ ਆਪਣੇ ਪਿੱਛੇ ਲਗਾਉਣ ਦੇ ਯਤਨ ਵਿੱਚ ਲੱਗਿਆ ਹੋਇਆ ਹੈ। ਕਈਆਂ ਨੇ ਹੇਮਕੁੰਡ ਦੇ ਤੀਰਥ ਦਾ ਨਜ਼ਾਰਾ ਪੇਸ਼ ਕਰਕੇ ਇੱਕ ਵੱਖਰੀ ਕਿਸਮ ਦਾ ਵਪਾਰ ਚਮਕਾ ਲਿਆ ਹੈ। ਕੋਈ ਨਾਨਕਸਰ ਨੂੰ ਭਗਤੀ ਦਾ ਘਰ ਦੱਸ ਕੇ ਮਹਾਨ ਤੀਰਥ ਦਾ ਦਰਜਾ ਦੇ ਰਿਹਾ ਹੈ। ਕੋਈ ਅੱਧਾ ਕਿਲੋ ਪਨੀਰ ਦਾ ਪਰੌਂਠਾ ਛਕ ਕੇ ਦੇਸੀ ਘਿਓ ਵਿੱਚ ਤਲ ਕੇ ਕਿ ਮੈਂ ਸਾਰਾ ਦਿਨ ਅੱਜ ਵਰਤ ਰੱਖਿਆ ਹੋਇਆ ਹੈ। ਪਨੀਰ ਦਾ ਤੇ ਐਵੇਂ ਨਾਂ ਹੀ ਲਿਆ ਆ। ਅੱਧਾ ਕਿਲੋ ਕੀਮੇ ਨੂੰ ਦੇਸੀ ਘਿਓ 'ਚ ਭੁੰਨ ਕੇ ਖਾ ਕੇ ਕਹਿੰਦੇ ਜੀ ਸਾਡੇ ਬਾਬਾ ਜੀ ਤਾਂ 24 ਘੰਟੇ 'ਚ ਇੱਕੋ ਵਾਰੀ ਰੋਟੀ ਖਾਂਦੇ ਆ। ਜਿਹਨੂੰ ਅੱਧਾ ਕਿਲੋ ਕੀਮਾ ਛਕਿਆ ਹੋਵੇ ਉਹਨੂੰ ਰੋਟੀ ਜ਼ਰੂਰਤ ਹੀ ਕੋਈ ਨਹੀਂ ਪੈਂਦੀ। ਕੋਈ ਗੁਰਬਾਣੀ ਨੂੰ ਮੰਤਰਾਂ ਵਾਂਗੂ ਤੋਤਾ ਰਟਣ ਦੇ ਜ਼ੋਰ ਦੇ ਰਿਹਾ। ਇਸ ਸ਼ਬਦ ਨੂੰ ਇੰਨੀ ਵਾਰ ਪੜ੍ਹੋ ਤੁਹਾਡਾ ਕਾਰਜ ਰਾਸ ਹੋ ਜਾਊ। ਇਹਨਾਂ ਲੇਖਿਆਂ ਨਾਲ ਜੀਵਨ ਵਿੱਚ ਨਾ ਤਾਂ ਰਵਾਨਗੀ ਆ ਸਕਦੀ ਹੈ, ਨਾ ਹੀ ਰੂਹਾਨੀਅਤ ਦਾ ਕੋਈ ਅਸਰ ਹੋ ਸਕਦਾ। ਇਹ ਦਾਸ ਨਹੀਂ ਕਹਿ ਰਿਹਾ, ਇਹ ਗੁਰਬਾਣੀ ਕਹਿ ਰਹੀ ਹੈ ਕਿ ਲੇਖਿਆਂ ਵਿੱਚ ਬੰਦਿਆਂ ਤੂੰ ਪਿਆ ਹੋਇਆ। ਰੇ ਮਨ ਲੇਖੇ ਕਬਹੂ ਨਾ ਪਾਏ, ਜਾਮ ਨਾ ਭੀਜੇ ਸਾਚ ਨਾਏ। ਲੇਖਿਆਂ ਦਾ ਰੱਬ ਦੀ ਪ੍ਰਾਪਤੀ ਨਹੀਂ। ਤੂੰ ਕਰ ਰਿਹਾ 10 8 ਲੀਖੇ ਹੋਵੇਂ ਪਾਸ, ਚਾਰੇ ਵੇਦ ਮੁਖਾਗਰ ਪਾਠ। ਇਹ ਸਾਡੀ ਆਤਮਿਕ ਅਵਸਥਾ ਜਿਹੜੀ ਹੈ, ਮਨੋਦਸ਼ਾ ਜਿਹੜੀ ਹੈ, ਗੁਰੂ ਸਾਹਿਬ ਸਾਡੇ ਸਾਹਮਣੇ ਹੀ ਰੱਖ ਰਹੇ ਹਨ। ਕੋਈ ਗੁਰਬਾਣੀ ਨੂੰ ਮੰਤਰਾਂ ਵਾਂਗੂ ਤੋਤਾ ਰਟਣ ਦੇ ਜ਼ੋਰ ਦੇ ਰਿਹਾ। ਇਹਨਾਂ ਲੇਖਿਆਂ ਨਾਲ ਜੀਵਨ ਵਿੱਚ ਨਾ ਤਾਂ ਰਵਾਨਗੀ ਆ ਸਕਦੀ ਹੈ, ਨਾ ਰੂਹਾਨੀਅਤ ਆ ਸਕਦੀ ਹੈ। ਇਹ ਸਭ ਧੰਦਾ ਪਿੱਟਿਆ ਜਾ ਰਿਹਾ ਹੈ। ਨੇਮ ਨਿਭਾਉਣਾ ਜ਼ਰੂਰੀ ਹੈ, ਪਰ ਜਿਸ ਦੀ ਡਿਊਟੀ ਰਾਤ ਭਰ ਚੱਲਦੀ ਹੈ ਉਹ ਵਿਚਾਰਾ ਅੰਮ੍ਰਿਤ ਵੇਲੇ ਦਾ ਨੇਮ ਕਿਵੇਂ ਨਿਭਾ ਸਕਦਾ ਹੈ। ਗਿਣਤੀ ਦੇ ਵਰਤ, ਤੀਰਥ ਇਸ਼ਨਾਨ, ਜ਼ਬਾਨੀ ਪਾਠ ਯਾਦ ਕਰਕੇ ਦੂਜਿਆਂ ਦੇ ਰੋਹ ਪਾਉਣਾ, ਗੁਰਬਾਣੀ ਦੀਆਂ ਪੋਥੀਆਂ ਨੂੰ ਹਰ ਸਮੇਂ ਆਪਣੇ ਨਾਲ ਰੱਖ ਕੇ ਲੇਖਿਆਂ ਵਿੱਚ ਪਏ ਰਹਿਣਾ, ਹੰਕਾਰ ਦੀ ਘੁੰਮਣ ਘੇਰੀ ਵਿੱਚ ਫਸਿਆ ਪਿਆ ਹੈ ਮਨੁੱਖ। ਅਪਰੋਕਤ ਲੇਖਿਆਂ ਵਿੱਚ ਜਿੱਥੇ ਫਸਿਆ ਪਿਆ ਹੈ
ਉਥੇ ਇੱਕ ਹੋਰ ਦੇਖਾ ਰੰਗ ਬਰੰਗੇ ਲਿਬਾਸ ਦਾ ਵੀ ਇਸ ਨੂੰ ਚਿੰਬੜਿਆ ਹੋਇਆ ਹੈ। ਬੇਸ਼ੱਕ ਕਾਜ਼ੀ, ਮੁੱਲਾ, ਸ਼ੇਖ, ਜੋਗੀ, ਜੰਗਮ ਇਤਿਆਦਿਕ ਦਾ ਨਾਮ ਲੈ ਕੇ ਉਹਨਾਂ ਦੇ ਲਿਬਾਸ ਦੀ ਗੱਲ ਕੀਤੀ ਹੈ, ਪਰ ਇਹ ਗੱਲ ਸਿੱਖ ਧਰਮ ਤੇ ਪੂਰੀ ਤਰ੍ਹਾਂ ਢੁਕਦੀ ਹੈ। ਕੋਈ ਲੱਕ ਨਾਲ ਨੀਲਾ ਪਰਨਾ ਬੰਨਣ ਵਿੱਚ ਹੀ ਸਾਰੀ ਗੁਰਮਤਿ ਸਮਝੀ ਬੈਠਾ ਹੈ ਤੇ ਸਿਰ ਦੇ ਉੱਤੋਂ ਪੱਗ ਉਤਾਰ ਕੇ ਨੀਲਾ ਹੀ ਪਟਕਾ ਗੱਠਾਂ ਦੇ ਕੇ ਸਿਰ ਤੇ ਬੰਨਿਆ। ਇਹਨੂੰ ਬੰਦਾ ਪੁੱਛੇ, ਉਹ ਭਲੇ ਲੋਕ, ਤੇਰੀ ਦਸਤਾਰ ਕਿੱਥੇ ਗਈ? ਦਸਤਾਰ ਲਈ ਅਸੀਂ ਫਰਾਂਸ ਵਰਗੇ ਮੁਲਕਾਂ ਵਿੱਚ ਫਾਈਟ ਕਰ ਰਹੇ ਹਾਂ ਤੇ ਪੰਜਾਬ ਦੀ ਧਰਤੀ ਤੇ ਦਸਤਾਰ ਲਾ ਕੇ ਨੀਲੇ ਰੰਗ ਦਾ ਪਟਕਾ ਬੰਨ ਕੇ ਗੱਠਾਂ ਦਿੱਤੀਆਂ ਹੁੰਦੀਆਂ ਨੇ, ਉਦਾਂ ਦਾ ਇੱਕ ਲੱਕ ਨੂੰ ਬੰਨਿਆ ਹੁੰਦਾ। ਇਹਨੂੰ ਅਸੀਂ ਗੁਰਮਤਿ ਸਮਝੀ ਬੈਠੀ ਹਾਂ। ਕੋਈ ਚੋਲੇ ਤੇ ਚੋਲਾ ਪਾਈ ਸਿੰਘ ਸਾਹਿਬ ਬਣ ਬੈਠਦਾ, ਇਹ ਵਿਚਾਰੇ ਕਈ ਵਾਰੀ ਹਵਾਈ ਜਹਾਜ਼ ਵਿੱਚ ਵੀ ਉੱਪਰ ਚੋਲੇ ਨੂੰ ਉਤਾਰਦੇ ਨਹੀਂ। ਮੈਂ ਦੇਖਿਆ ਕਈ ਦਫਾ ਹਵਾਈ ਜਹਾਜ਼ ਵਿੱਚ ਸਫ਼ਰ ਕਰਦੇ ਆ, ਕਈ ਦਫਾ ਉੱਚ ਕੋਟੀ ਦੇ ਇਹਨਾਂ ਜਥੇਦਾਰਾਂ ਨਾਲ ਵੀ ਮੌਕਾ ਬਣਦਾ, ਪਰ ਉਹ ਜਹਾਜ਼ ਬੈਠਿਆਂ ਵੀ ਉੱਪਰਲੇ ਚੋਲੇ ਨੂੰ ਉਤਾਰਦੇ ਨਹੀਂ, ਕਹਿੰਦੇ ਵਾਵਾ ਭੱਲ ਬਣੀ ਰਹਿੰਦੀ। ਮੈਂ ਕਿਹਾ ਵੀ ਇਹਨਾਂ ਅੰਗਰੇਜ਼ਾਂ ਵਿਚਾਰਿਆਂ ਤੁਹਾਡੇ ਚੋਲੇ ਦਾ ਕੀ ਪਤਾ। ਪੂਰਾ ਵਾਕ ਇਸ ਤਰ੍ਹਾਂ ਆਉਂਦਾ ਹੈ, ਕਾਜ਼ੀ ਮੁੱਲਾ ਹੋਵੇ ਸ਼ੇਖ, ਜੋਗੀ ਜੰਗਮ ਭਗਵੇ ਭੇਸ, ਜੋਗੀ ਜੰਗਮ ਭਗਵੇ ਭੇਖ, ਕੋ ਗਿਰਹੀ ਕਰਮਾਂ ਕੀ ਸੰਧ, ਬਿਨ ਬੂਝੇ ਸਭ ਖੜੀਏ ਸੰਬੰਧ। ਜੇ ਕੋਈ ਬੰਦਾ ਕਾਜ਼ੀ, ਮੁੱਲਾ, ਸ਼ੇਖ ਬਣ ਜਾਏ, ਕੋਈ ਜੋਗੀ ਜੰਗਮ ਬਣ ਜਾਵੇ ਤੇ ਭਗਵੇ ਕੱਪੜੇ ਪਹਿਨ ਲਏ, ਕੋਈ ਗ੍ਰਸਤੀ ਬਣ ਕੇ ਪੂਰਾ ਕਰਮਕਾਂਡੀ ਹੋ ਜਾਏ, ਇਹ ਸਾਰੇ ਜੀਵਨ ਦੀ ਅਸਲੀਅਤ ਤੋਂ ਦੂਰ ਹਨ। ਜੋਗੀ ਦਾ ਲੇਖਾ ਚੰਗੇ ਭਲੇ ਸਰੀਰ ਤੇ ਸਵਾਹ ਮਲਣੀ, ਕੰਨਾਂ ਨੂੰ ਵਿੰਨ ਕੇ ਮੁੰਦਰਾਂ ਪਾਉਣ ਦੇ ਲੇਖਿਆਂ 'ਚ ਪਿਆ ਹੋਇਆ ਹੈ। ਜੰਗਮ ਟੱਲੀਆਂ ਵਜਾਉਣ ਦੀ ਗਿਣਤੀ ਦੇ ਆਹਰ ਵਿੱਚ ਲੱਗਿਆ ਹੋਇਆ ਹੈ। ਗਰੀਬ ਗ੍ਰਸਤੀ ਬ੍ਰਾਹਮਣ ਦੇ ਢਏ ਚੜ੍ਹ ਕੇ ਕਰਮਾਂ ਦੀ ਸੰਧ ਧਰਮ ਸ਼ਾਸਤਰਾਂ ਅਨੁਸਾਰ ਦੱਸੇ ਕਰਮ ਕਾਂਡ ਕਰਨ ਵਿੱਚ ਪੂਰੀ ਤਰ੍ਹਾਂ ਉਲਝਿਆ ਪਿਆ ਹੈ। ਜਿਸ ਤਰ੍ਹਾਂ ਅਖੰਡ ਪਾਠ ਤੇ ਘੱਟ ਤੇ ਸਮੱਗਰੀ ਵੱਧ ਸਾਨੂੰ ਸਾਡੇ ਸਾਲ ਲਿਖਾਈ ਜਾਂਦੀ ਹੈ। ਸਭ ਤੋਂ ਪਹਿਲਾਂ ਸ਼ੁਰੂ ਕਿੱਥੋਂ ਕਰਨਗੇ? ਲਲੇਰ ਤੋਂ, ਨਾਰੀਅਲ ਤੋਂ। ਇਹ ਕਾਹਦੇ ਵਾਸਤੇ? ਜੀ ਮਨੁੱਖ ਦੀ ਬਲੀ ਦੇਣੀ ਆ, ਹੱਦ ਹੋ ਗਈ। ਲੇਖਿਆਂ ਵਿੱਚ ਅੱਜ ਵੀ ਅਸੀਂ ਉਸੇ ਤਰ੍ਹਾਂ ਹੀ ਪਏ ਹੋਏ ਹਾਂ, ਕਰਮਾਂ ਕੀ ਸੰਧ ਕਰਮ ਕਾਂਡ ਵਿੱਚ। ਗ੍ਰਸਤੀ ਸਾਰੀ ਜ਼ਿੰਦਗੀ ਕਰਮ ਕਾਂਡਾਂ ਦੀ ਗਿਣਤੀ ਕਰਦਿਆਂ ਕੱਢ ਦਿੰਦਾ ਹੈ। ਦਰਅਸਲ ਇਹ ਸਾਰੇ ਦੋਸ਼ੀ ਹਨ, ਕਿਉਂਕਿ ਧਰਮ ਦੇ ਨਾਂ ਹੇਠ ਮਿਥੇ ਹੋਏ ਕਰਮ ਕਰਨ ਨਾਲ ਹੀ ਸੀਮਤ ਹੋ ਕੇ ਰਹਿ ਗਏ ਹਨ। ਬਿਨ ਬੂਝੇ, ਸਮਝ ਸੂਝ ਤੋਂ ਬਿਨਾਂ ਕੀਤਾ ਕਰਮ ਹਨੇਰੇ ਵਿੱਚ ਸੋਟਾ ਮਾਰਨ ਦੇ ਨਿਆਈ ਹੈ। ਇਹਨਾਂ ਦੇ ਭੇਖ ਤੇ ਗਿਣਤੀਆਂ ਨੂੰ ਗੁਰੂ ਸਾਹਿਬ ਜੀ ਨੇ ਪੂਰੀ ਤਰ੍ਹਾਂ ਰੱਦ ਕੀਤਾ ਹੈ। ਸਿੱਖਾਂ ਵਿੱਚ ਭੇਖ ਤੇ ਗਿਣਤੀਆਂ ਲੇਖਿਆਂ ਦਾ ਸਿਲਸਿਲਾ ਪੂਰੀ ਤਰ੍ਹਾਂ ਚੱਲ ਪਿਆ ਹੈ। ਗੁਰਬਾਣੀ ਜੀਵਨ ਵਿੱਚ ਸੂਝ ਲਿਆਉਣ ਦਾ ਆਦੇਸ਼ ਦੇ ਰਹੀ ਹੈ। ਅਸਲ ਗੱਲ ਇਹ ਹੈ ਕਿ ਜਿੰਨਾ ਵੀ ਸੰਸਾਰ ਪ੍ਰਭੂ ਨੇ ਪੈਦਾ ਕੀਤਾ ਹੈ, ਸਾਰਿਆਂ ਨੇ ਸਿਰ ਤੇ ਪ੍ਰਮਾਤਮਾ ਦਾ ਹੁਕਮ, ਸਾਰਿਆਂ ਦੇ ਸਿਰ ਤੇ ਪ੍ਰਮਾਤਮਾ ਦਾ ਹੁਕਮ ਚੱਲਦਾ ਹੈ। ਭਾਵ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਸਾਡੀ ਕਾਮਯਾਬੀ ਦਾ ਫੈਸਲਾ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਹੋਣਾ ਹੈ। ਸੁੱਚ, ਭਿੱਟ, ਕਰਮਕਾਂਡ ਤੇ ਭੇਖ ਆਦਿ ਤੇ ਜੋ ਮਾਣ ਕਰਦੇ ਹਾਂ, ਉਹ ਵੱਡੇ ਮੂਰਖ ਹਨ। ਅਖੀਰਲੀਆਂ ਤੁਕਾਂ ਅੰਦਰ ਅਮਲੀ ਜੀਵਨ ਦੀ ਸਿਖਰ ਨੂੰ ਛੋਹਿਆ ਗਿਆ ਹੈ। ਜੇਤੇ ਜੀ ਲਿਖੀ ਸਰਕਾਰ, ਕਰਨੀ ਉਪਰ ਹੋਵਗ ਸਾਰ, ਹੁਕਮ ਕਰੇ ਮੂਰਖ ਗਾਵਾਰ, ਨਾਨਕ ਸਾਚੇ ਕੇ ਸਿਫਤ ਭੰਡਾਰ। ਜੇਤੇ ਜੀ, ਸਾਰੇ ਸੰਸਾਰ ਦੀ ਗੱਲ ਕੀਤੀ ਗਈ ਹੈ। ਲਿਖੀ ਸਰਕਾਰ, ਸਾਰਿਆਂ ਦੇ ਸਿਰ ਤੇ ਪ੍ਰਮਾਤਮਾ ਦਾ ਹੁਕਮ ਚੱਲ ਰਿਹਾ ਹੈ। ਰੱਬੀ ਹੁਕਮ, ਰੱਬੀ ਨਿਯਮਾਵਲੀ ਦੇ ਅਧੀਨ ਹੋ ਕੇ ਹੀ ਵਿਚਾਰਿਆ ਜਾ ਰਿਹਾ ਹੈ। ਇਸ ਨਿਯਮਾਵਲੀ ਦੇ ਅੰਦਰ ਰਹਿੰਦਿਆਂ ਜਿਹੋ ਜਿਹੇ ਕਰਮ ਕਰਾਂਗੇ, ਉਹੋ ਜਿਹਾ ਹੀ ਫਲ ਸਾਨੂੰ ਪ੍ਰਾਪਤ ਹੋ ਜਾਏਗਾ। ਕਰਨੀ ਉੱਪਰ ਸਾਡੀ ਕਾਮਯਾਬੀ ਦਾ ਫੈਸਲਾ ਸਾਡੇ ਕੀਤੇ ਹੋਏ ਕੰਮ ਕਰਕੇ ਹੈ। ਅਸੀਂ ਲੇਖਿਆਂ ਵਿੱਚ ਪਏ ਹੋਏ ਹਾਂ, ਸੋਚਦੇ ਕਰਮ ਨੂੰ ਤਰਜੀਹ ਦੇ ਰਹੇ ਹਾਂ, ਦਿਖਾਵੇ ਦਾ ਕਰਮਕਾਂਡ ਕਰਕੇ, ਫੋਕਾ ਮਾਣ ਕਰਕੇ ਵੱਡੇ ਮੂਰਖ ਹੋਣ ਦਾ ਸਬੂਤ ਦੇ ਰਹੇ ਹਾਂ। ਸਦਾ ਰਹਿਣ ਵਾਲੀ ਪ੍ਰਮਾਤਮਾ ਦੀ ਨਿਯਮਾਵਲੀ ਭੰਡਾਰ, ਇਸ ਰੱਬੀ ਨਿਯਮਾਵਲੀ ਦਾ ਅਮੁੱਕ ਖਜ਼ਾਨਾ ਜੋ ਕਦੇ ਮੁੱਕਦਾ ਨਹੀਂ। ਸਿਫਤ ਭੰਡਾਰ, ਸਿਫਤਾਂ ਦੇ ਖਜ਼ਾਨੇ ਨਾਲ ਜੁੜਨਾ, ਰੱਬੀ ਗੁਣਾਂ ਨੂੰ ਅਪਣਾ ਕੇ ਚੱਲਣਾ ਹੈ। ਅਸੀਂ ਆਪਣਾ ਕਰਮ ਬਦਲਣ ਲਈ ਤਿਆਰ ਨਹੀਂ ਹਾਂ, ਪਰ ਧਾਰਮਿਕ ਦਿਖਾਵਾ ਕਰਕੇ ਧਰਮੀ ਹੋਣ ਦਾ ਦਾਅਵਾ ਜ਼ਰੂਰ ਕਰ ਰਹੇ ਹਾਂ। ਮਨੁੱਖ ਨੂੰ ਚਾਹੀਦਾ ਤਾਂ ਇਹ ਸੀ ਕਿ ਇਹ ਗਿਆਨ ਦੀ ਪੂਜਾ ਕਰਦਾ,
ਪਰ ਅਗਿਆਨਤਾ ਦਾ ਪ੍ਰਭਾਵ ਕਬੂਲਦਿਆਂ ਅਗਿਆਨਤਾ ਦੀ ਹੀ ਪੂਜਾ ਕਰ ਰਿਹਾ ਹੈ। ਅਜਿਹੀ ਬੇਲੋੜੀ ਪੂਜਾ ਦੀ ਗਿਣਤੀ ਕਰ ਰਿਹਾ ਹੈ। ਸਿੱਖ ਧਰਮ ਅੰਦਰ ਵੱਖ-ਵੱਖ ਪ੍ਰਕਾਰ ਦੇ ਕਰਮ ਧਰਮ ਆ ਵੜੇ। ਸਾਰੀ ਜ਼ਿੰਦਗੀ ਗਿਣਤੀਆਂ ਮਿਣਤੀਆਂ ਦੇ ਹੱਥਾਂ ਵਿੱਚ ਨਿਕਲ ਜਾਂਦੀ ਹੈ। ਮੈਂ ਆਮ ਇੱਕ ਜਗ੍ਹਾ ਦੇਖਿਆ ਕਿ ਗੁਰੂ ਕੇ ਪਿਆਰ ਵਾਲਿਆਂ ਨੇ ਗਲ ਵਿੱਚ ਪਰਨੇ ਤਥਾ ਹਜ਼ੂਰੀਏ ਪਾਏ ਹੁੰਦੇ ਸੀ। ਗੁਰਦੁਆਰੇ ਸੱਜ ਧੱਜ ਦੇ ਨਾਲ ਜਾਣਾ, ਕਿਸੇ ਨਾਲ ਹੱਥ ਮਿਲਾਉਣਾ ਹਜ਼ੂਰੀਏ ਵਿੱਚ, ਚੌਰ ਕਰਨਾ ਹਜ਼ੂਰੀਏ ਨਾਲ, ਨੱਕ ਪੂੰਝਣਾ ਹਜ਼ੂਰੀਏ ਨਾਲ। ਉਹ ਹਜ਼ੂਰੀਏ ਆਣ ਕੇ ਸੋਫਿਆਂ ਉੱਤੇ ਸੁੱਟ ਦੇਣੇ, ਉੱਥੇ ਸਾਰੇ ਆਣ ਕੇ ਰਾਗੀ ਬੈਠਣੇ ਤੇ ਫਿਰ ਉਹ ਸੋਫੇ ਸਾਫ਼ ਸੀ, ਫਿਰ ਉਹ ਹਜ਼ੂਰੀਏ ਸਾਫ਼ ਰਹਿ ਗਏ। ਕੈਸਾ ਭਰਮ ਅਸੀਂ ਪਾਲ ਲਿਆ ਹੈ। ਉਹਨਾਂ ਨੂੰ ਇਹ ਗੱਲ ਪੁੱਛੀ ਬਿਠਾ ਕੇ ਵੀ ਆਹ ਜੋ ਤੁਸੀਂ ਕਰ ਰਹੇ ਹੋ, ਆਹ ਹਜ਼ੂਰੀਏ ਤੁਸੀਂ ਟੰਗੋ ਕਿਲੀ ਨਾਲ ਲਿਆ ਕੇ ਸੋਫਿਆਂ ਉੱਤੇ ਸਾਰੇ ਆਣ ਕੇ ਬੈਠਦੇ ਨੇ ਤੇ ਤੁਸੀਂ ਇਹਨਾਂ ਨਾਲ ਹੱਥ ਮਿਲਾ ਰਹੇ ਹੋ, ਤੁਹਾਡਾ ਹੱਥ ਇਹਨਾਂ ਨਾਲੋਂ ਸ੍ਰੇਸ਼ਟ ਹੈ। ਨਹੀਂ ਜੀ, ਸਾਡੇ ਵੱਡੇ ਮਹਾਰਾਜ ਸਾਨੂੰ ਇਦਾਂ ਕਹਿ ਗਏ ਸੀ। ਅਸੀਂ ਲੇਖਿਆਂ ਵਿੱਚ ਪਏ ਹੋਏ ਹਾਂ, ਆਮ ਜਨਤਾ ਦੇ ਪ੍ਰਭਾਵ ਪਾਉਣ ਦੇ ਚੱਕਰ ਵਿੱਚ ਸਾਰੀ ਜ਼ਿੰਦਗੀ ਗਿਣਤੀਆਂ ਮਿਣਤੀਆਂ ਵਿੱਚ ਸਾਡੀ ਨਿਕਲ ਗਈ ਹੈ। ਅਜਿਹੀ ਬੇਲੋੜੀ ਪੂਜਾ ਦੀ ਗਿਣਤੀ ਕਰ ਰਿਹਾ ਮਨੁੱਖ। ਇਸ ਵਾਸਤੇ ਸਾਨੂੰ ਅੱਜ ਚਾਹੀਦਾ ਹੈ ਕਿ ਅਸੀਂ ਅਗਿਆਨਤਾ ਦਾ ਪ੍ਰਭਾਵ ਖਤਮ ਕਰੀਏ, ਗਿਆਨ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਈਏ। ਬੇਲੋੜੀਆਂ ਪੂਜਾਵਾਂ ਦੀ ਗਿਣਤੀ ਸਾਡੇ ਵਿੱਚ ਅੱਜ ਵੱਧ ਤੋਂ ਵੱਧ ਵੇਖਣ ਨੂੰ ਮਿਲ ਰਹੀ ਹੈ। ਦੇਖਣ ਨੂੰ ਪਰਿਵਾਰ ਪੜ੍ਹਿਆ ਲਿਖਿਆ ਲੱਗਦਾ ਸੀ, ਪਰ ਜੋ ਸਵਾਲ ਪੁੱਛਿਆ ਗਿਆ ਉਹ ਘਸਿਆ ਪੇਟਿਆ ਦੇ ਪੁਰਾਣਕ ਸੀ। ਸਵਾਲ ਸੀ, ਭਾਜੀ ਮੈਂ 40 ਦਿਨ ਗੁਰਦੁਆਰੇ ਆਉਣ ਲਈ ਸੁਖਿਆ ਹੋਇਆ ਸੀ, ਜੇ ਮੈਂ ਇਸ ਗੁਰਦੁਆਰੇ ਨਾ ਆ ਸਕਾਂ, ਕਿਸੇ ਹੋਰ ਗੁਰਦੁਆਰੇ ਚਲੀ ਜਾਵਾਂ ਤਾਂ ਚਲੀਆ ਟੁੱਟੇਗਾ ਤਾਂ ਨਹੀਂ? ਮੇਰੇ ਮਨ ਤੇ ਬਹੁਤ ਬੋਝ ਹੈ। ਸਾਰੇ ਹੀ ਪਰਿਵਾਰ ਨੂੰ, ਖਾਸ ਤੌਰ ਤੇ ਚਲੀਆ ਕੱਟ ਰਹੀ ਭੈਣ ਨੂੰ ਬੜੀ ਮੁਸ਼ਕਲ ਨਾਲ ਸਮਝਾਇਆ ਕਿ ਚਲੀਹਾ ਕੱਟਣਾ ਸਿੱਖੀ ਵਿੱਚ ਨਹੀਂ ਹੈ। ਪਹਿਲੀ ਗੱਲ ਤਾਂ ਇਹ ਕਿ ਸੁਖਣਾ ਸੁਖਣੀ ਮਨਮਤ, ਦੂਜਾ ਚਲੀਆ ਕੱਟਣਾ ਮਨਮਤ, ਤੀਜਾ ਸਭ ਤੋਂ ਵੱਡਾ ਇਹ ਕਿ ਗੁਰਦੁਆਰੇ ਵੀ ਤੂੰ ਜਿਹੜੇ ਨੇ ਉਹ ਬਣਾ ਲਏ ਵੱਖੋ ਵੱਖਰੇ। ਆਪਣੀ ਸਹੂਲਤ ਨੂੰ ਦੇਖਦਿਆਂ ਗੁਰੂ ਦਾ ਉਪਦੇਸ਼ ਲੈਣ ਹਿਤ ਕਿਸੇ ਵੀ ਗੁਰਦੁਆਰੇ ਜੁੜੀ ਸਤ ਸੰਗਤ ਵਿੱਚ ਜਾਇਆ ਜਾ ਸਕਦਾ ਹੈ। ਅਜਿਹਾ ਲੇਖਿਆਂ ਵਿੱਚੋਂ ਗੁਰੂ ਨੇ ਸਾਨੂੰ ਬਾਹਰ ਕੱਢਿਆ ਹੈ। ਇਹ ਤਾਂ ਗਿਆਨਤਾ ਦੀ ਪੂਜਾ ਹੈ। ਅਸਲੀ ਚਲੀਆ ਇਹ ਹੈ, ਸਤਿਗੁਰ ਕੀ ਪ੍ਰਤੀਤ ਨ ਆਈਆਂ, ਸ਼ਬਦ ਨ ਲਾਗੋ ਭਾਉ, ਉਸ ਨੂੰ ਸੁਖ ਨ ਉਪਜੈ, ਭਾਵੇਂ 100 ਗੇੜਾ ਆਵੋ ਜਾਵੋ। ਨਾਨਕ ਗੁਰਮੁਖ ਸਹਿਜ ਮਿਲੇ, ਸੱਚੇ ਸਿਉ ਲਿਵ ਲਾਓ। ਅੱਜ ਦੀ ਵਿਚਾਰ ਕਰਨ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਲੇਖਿਆਂ ਦੀ ਜ਼ਿੰਦਗੀ ਤੋਂ ਬਾਹਰ ਕੱਢ ਰਹੇ ਹੈ, ਪਰ ਆ ਸਿੱਖ ਵੀ ਕੀ ਹੋਇਆ ਜੇ ਲੇਖਿਆਂ ਦੀ ਗਿਣਤੀ ਤੋਂ ਉੱਪਰ ਨਾ ਉੱਠੇ। ਅੱਜ ਵੱਖ-ਵੱਖ ਇਹ ਜਿਹੜੇ ਡੇਰਾਵਾਦੀ ਨੇ, ਸਾਧ ਸੰਤ ਹੈ, ਇਹਨਾਂ ਨੇ ਵੱਖ-ਵੱਖ ਪ੍ਰਕਾਰ ਦੀਆਂ ਮਰਯਾਦਾਵਾਂ ਬਣਾਈਆਂ ਨੇ। ਇੱਕ ਅਨਪੜ੍ਹ ਜਿਹਾ ਸਾਧ, ਚਿੱਟੇ ਰੰਗ ਦਾ ਚੋਲਾ, ਅੱਗੇ ਕਢਾਈ ਕਰਵਾਈ ਹੋਈ, ਇੱਕ ਨਾਲ ਭੈਂਗਾ ਜਿਹਾ ਨਾਲ ਉਹਦੇ ਗੜਵਈ ਹੁੰਦਾ, ਲਿਸ਼ਕਿਆ ਹੋਇਆ ਗੜਵਾ, ਇਹਦੀ ਪਾਣੀ ਇਹਦੇ ਨਾਲ ਹੀ ਪੀਂਦੇ ਨੇ। ਪਾਣੀ ਆਪਣਾ ਘਰੋਂ ਲੈ ਕੇ ਆਉਂਦੇ ਨੇ। ਕੋਈ ਕਹਿੰਦਾ ਮੈਂ ਪਾਣੀ ਖੂਹ ਤੋਂ ਪੀਣਾ, ਮੈਂ ਨਹਿਰ ਦਾ ਨਹੀਂ ਪੀਣਾ, ਨਲਕੇ ਦਾ ਨਹੀਂ ਪੀਣਾ। ਕੋਈ ਕਹਿੰਦਾ ਮੈਂ ਟੂਟੀ ਦਾ ਨਹੀਂ ਪੀਣਾ। ਕੋਈ ਕਹਿੰਦਾ ਮੈਂ ਕੱਚ ਦੇ ਗਲਾਸ 'ਚ ਨਹੀਂ ਪੀਣਾ। ਕੋਈ ਕਹਿੰਦਾ ਮੈਂ ਸਟੀਲ ਦੇ ਗਲਾਸ 'ਚ ਨਹੀਂ ਪੀਣਾ। ਹਰ ਸਿੱਖ ਲੇਖੇ ਵਿੱਚ ਪਿਆ ਹੋਇਆ ਹੈ, ਜਦ ਕਿ ਗੁਰਬਾਣੀ ਸਪਸ਼ਟ ਤੌਰ ਤੇ ਐਲਾਨ ਕਰਦੀ ਹੈ, ਰੇ ਮਨ ਲੇਖੇ ਕਬੂ ਨਾ ਪਾਏ, ਜਾਮ ਨਾ ਭੀਜੇ ਸਾਚ ਨਾਏ। ਲੇਖਿਆਂ ਦੁਆਰਾ ਰੱਬ ਦੀ ਪ੍ਰਾਪਤੀ ਨਹੀਂ। ਸਫਾਈ ਹੋਣੀ ਬੜੀ ਜ਼ਰੂਰੀ ਗੱਲ ਹੈ, ਪਰ ਲੇਖਿਆਂ ਦੁਆਰਾ ਰੱਬ ਸਾਨੂੰ ਮਿਲਣਾ ਕੋਈ ਨਹੀਂ। ਆਓ ਜੇ ਅਸਲੀ ਲੇਖਾ ਕਿਹੜਾ ਹੈ, ਸ਼ਬਦ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਈਏ ਤਾਂ ਕਿ ਸਾਡੀ ਕੌਮ ਦਾ ਨਿਆਰਾਪਣ ਜਿਹੜਾ ਹੈ ਉਹ ਕਾਇਮ ਰਹਿ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।